1984 ਤੋਂ ਪਹਿਲਾਂ ਵੀ ਦੇਖ ਲਓ ਸਾਡੇ ਸਿੱਖਾਂ ਨੂੰ ਕੀ ਹੁਕਮ ਮਿਲਿਆ। ਜੇ ਸਾਡੇ ਦੇਸ਼ ਦੀ ਵੰਡ ਹੋਈ, ਪਾਕਿਸਤਾਨ ਵੱਖਰਾ ਹੋਇਆ, ਹਿੰਦੁਸਤਾਨ ਵੱਖਰਾ ਹੋਇਆ, ਉਹਦੇ ਅੰਦਰ ਵੀ ਪੰਜਾਬ ਦੀ ਜਿਹੜੀ ਹਿੱਕ ਸੀ ਚੀਰ ਦਿੱਤੀ ਗਈ। ਜਿਹੜਾ ਲਹਿੰਦਾ ਪੰਜਾਬ ਸੀ ਉਹ ਸਾਰਾ ਪੰਜਾਬ ਦਾ ਸੀ। ਸਮਾਂ ਆਇਆ ਤੇ ਜਿਹੜਾ ਹਰਿਆਣਾ ਉਹ ਕੱਟ ਦਿੱਤਾ, ਰਾਜਸਥਾਨ ਅੱਧਾ ਕੱਟ ਦਿੱਤਾ, ਇਸ ਤੋਂ ਇਲਾਵਾ ਜਿਹੜਾ ਹਿਮਾਚਲ ਉਹ ਕੱਟ ਦਿੱਤਾ, ਇੱਕ ਛੋਟਾ ਜਿਹਾ ਪੰਜਾਬ ਰਹਿ ਗਿਆ। ਦੇਖੋ ਜਿਹੜੇ ਸਿੱਖ ਧਰਮ ਅੰਦਰ ਸੂਰਮਾ ਕਦੇ ਖਤਮ ਨਹੀਂ ਹੁੰਦਾ ਹੋਇਆ। ਜਦੋਂ ਕਿਸੇ ਡਿਊਟੀ ਲੱਗਦੀ ਹੈ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਥਾਪੜਾ ਬਖਸ਼ਿਸ਼ ਕਰਦੇ ਨੇ ਵੀ ਪਾਣੀ ਬੰਦ ਕਰਦੀ, ਰਾਸ਼ਨ ਬੰਦ ਕਰਦੀ, ਵੀ ਬਾਹਰ ਆ ਜਾਂਦੇ। ਕੋਈ ਹੋਰ ਵੀ ਤਰੀਕਾ ਅਪਣਾਇਆ ਜਾ ਸਕਦਾ। ਤੁਹਾਨੂੰ ਲੱਗਦਾ ਨਹੀਂ ਵੀ ਇਹ ਇੱਕ ਪਲਾਨ ਬਣਾ ਕੇ ਹਮਲਾ ਕੀਤਾ ਗਿਆ? 14 ਜਿਹੜੇ ਸਿੱਖ ਫੌਜੀ ਸਨ ਉਹ ਮਹਾਂਪੁਰਖਾਂ ਨੂੰ ਮਨਾਉਣ ਦੇ ਵਾਸਤੇ ਭੇਜੇ ਕਿ ਤੁਸੀਂ ਜਾਓ, ਤੁਸੀਂ ਸਿੱਖ ਧਰਮ ਦੇ ਵਿੱਚੋਂ ਹੋ, ਕਿ ਸ਼ਾਇਦ ਤੁਹਾਡੇ ਬੋਲ ਸੁਣ ਕੇ ਬਾਬਾ ਜਰਨੈਲ ਸਿੰਘ ਮੰਨ ਜਾਵੇ। ਪਰ ਦੇਖੋ ਉਸ ਮਹਾਂਪੁਰਖ ਦੀ ਕਿੱਡੀ ਵੱਡੀ ਕਮਾਈ ਸੀ। ਉਹ 14 ਜਿਹੜੇ ਆਰਮੀ ਦੇ ਫੌਜੀ ਨੌਜਵਾਨ ਸਾਡੇ ਸਿੱਖ ਧਰਮ ਦੇ ਵਿੱਚੋਂ ਗਏ, ਕਹਿੰਦੇ ਉਹ ਵਾਪਸ ਨਹੀਂ ਆਏ ਸਨ। ਉਹਨਾਂ ਨੇ ਸ਼ਹਾਦਤਾਂ ਦੀਆਂ ਜਾਮ ਪੀਤੀ। ਸਰਕਾਰ ਦੀ ਸਾਰੀ ਮੀਟਿੰਗ ਹੋਈ ਸੀ ਕਿ ਅਸੀਂ ਭਿੰਡਰਾਂ ਵਾਲੇ ਨੂੰ ਖਤਮ ਕਰਨਾ ਜਾਂ ਫੜ ਕੇ ਲਿਆਉਣਾ। ਇੱਥੋਂ ਤੱਕ ਕੁਲਦੀਪ ਬਰਾੜੇ ਲਿਖਦਾ ਹੈ ਤੇ ਅਸੀਂ ਸੰਤ ਜਰਨੈਲ ਸਿੰਘ ਨੂੰ 2 ਜਾਂ 3 ਦਿਨ ਦੇ ਵਿੱਚ ਜਾਂ 4 ਘੰਟਿਆਂ ਵਿੱਚ ਫੜ ਕੇ ਅਸੀਂ ਦਿੱਲੀ ਲੈ ਜਾਵਾਂਗੇ। ਪਰ ਦੇਖੋ 1 ਜੂਨ ਤੋਂ ਕੰਮ ਸ਼ੁਰੂ ਹੋ ਗਿਆ, 2 ਜੂਨ, 3 ਜੂਨ, 4 ਜੂਨ, 5 ਜੂਨ, ਇਹ ਇੱਕ ਹਫ਼ਤਾ ਜਿਹੜਾ ਇਹ ਕੰਮ ਚੱਲਿਆ, ਪਰ ਮਹਾਂਪੁਰਖ ਨਹੀਂ ਫੜੇ ਗਏ। ਸੰਤ ਜਰਨੈਲ ਸਿੰਘ ਨੇ ਇਹ ਨਹੀਂ ਕਿਹਾ ਸੀ ਵੀ ਜੇ ਅਸੀਂ ਖਾਲਿਸਤਾਨ ਬਣਾ ਲਿਆ ਉਹਦੇ ਵਿੱਚ ਹਿੰਦੂ ਨਹੀਂ ਰਹਿਣਗੇ, ਮੁਸਲਮਾਨ ਨਹੀਂ ਰਹਿਣਗੇ, ਈਸਾਈ ਨਹੀਂ ਰਹਿਣਗੇ। ਤੇ ਸੰਤ ਜਰਨੈਲ ਸਿੰਘ ਮਹਾਂਪੁਰਖਾਂ ਦਾ ਇਤਿਹਾਸ ਪੜ੍ਹੇ, ਜੇ ਕੋਈ ਹਿੰਦੂ ਵੀਰ ਵੀ ਆਇਆ ਤੇ ਮਹਾਂਪੁਰਖਾਂ ਨੇ ਉਹਦੀ ਵੀ ਗੱਲ ਸੁਣੀ। ਜਿਹੜਾ ਪਰਿਵਾਰ ਇੱਥੇ ਰਿਹਾ ਕਰਦਾ ਸੀ ਤੇ ਕਹਿੰਦੇ ਚਵਾਰੇ ਦੇ ਅੰਦਰ ਮਹਾਰਾਜ ਦਾ ਪ੍ਰਕਾਸ਼ ਹੋਇਆ ਕਰਦਾ ਸੀ। ਇੱਥੇ ਹੀ ਜੋ 20ਵੀਂ ਸਦੀ ਦੇ ਮਹਾਨ ਯੋਧੇ, ਮਹਾਨ ਸੂਰਮੇ ਸੰਤ ਬਾਬਾ ਜਰਨੈਲ ਸਿੰਘ ਮਹਾਂਪੁਰਖਾਂ ਦਾ ਜਨਮ ਹੋਇਆ। ਤੇ ਬਚਪਨ ਦੇ ਅੰਦਰ ਮਹਾਂਪੁਰਖ ਕੁਝ ਵਿੱਦਿਆ ਪੜ੍ਹੇ, ਕੋਈ ਬਹੁਤੀਆਂ ਨਹੀਂ, 5 ਜਮਾਤਾਂ, ਤੇ ਇੱਥੇ ਹੀ ਰਿਹਾ ਕਰਦੇ ਸਨ। ਇਹ ਕਹਿੰਦੇ ਨੇ ਭਿੰਡਰ ਵਿੱਚ ਮਹਾਂਪੁਰਖਾਂ ਦਾ ਨਗਰ ਆ। ਦਮਦਮੀ ਟਕਸਾਲ ਦੇ 11ਵੇਂ ਮੁਖੀ ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਉਹ ਭਿੰਡਰ ਕਲਾਂ ਰਿਹਾ ਕਰਦੇ ਸਨ। ਉਹ ਇੱਕ ਸਮਾਂ ਸੀ ਉਹ ਦਮਦਮੀ ਟਕਸਾਲ ਦੀ ਬ੍ਰਾਂਚ ਸੀ। ਦਮਦਮੀ ਟਕਸਾਲ ਦੇ 12ਵੇਂ ਮੁਖੀ ਵਿਦਿਆ ਦੇ ਮਾਰਤੰਡ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਵੀ ਇੱਥੇ ਰਿਹਾ ਕਰਦੇ ਸਨ। ਸੰਤ ਗਿਆਨੀ ਗੁਰਬਚਨ ਸਿੰਘ ਜੀ ਹੁਣਾਂ ਮਹਾਂਪੁਰਖਾਂ ਨੇ ਕਿਹਾ ਕਿ ਬਾਬਾ ਜੋਗਿੰਦਰ ਸਿੰਘ ਉਹਨਾਂ ਨੂੰ ਤੁਹਾਡੇ ਕਿੰਨੇ ਸੁਪੁੱਤਰ ਨੇ, ਕਿੰਨੇ ਭੁਜੰਗੀ ਨੇ? ਕਹਿਣ ਲੱਗੇ 7 ਨੇ। ਕਹਿਣ ਲੱਗੇ ਸਾਨੂੰ ਇੱਕ ਜਥੇ ਵਿੱਚ ਦਿਓ। ਬਾਬਾ ਜੋਗਿੰਦਰ ਸਿੰਘ ਉਹਨਾਂ ਨੇ 7 ਜਿਹੜੇ ਭੁਜੰਗੀ ਸੀ ਲਾਈਨ ਦੇ ਵਿੱਚ ਖੜੇ ਕਰ ਦਿੱਤੇ ਤੇ ਸਭ ਤੋਂ ਜਿਹੜੇ ਛੋਟੇ ਸਨ ਸੀ ਭਾਈ ਜਰਨੈਲ ਸਿੰਘ। ਸਭ ਤੋਂ ਜਿਹੜੇ ਛੋਟੇ ਸਨ ਭਾਈ ਜਰਨੈਲ ਸਿੰਘ ਕਹਿਣ ਲੱਗੇ ਅਸੀਂ ਜਥੇ ਵਿੱਚ ਭਰਤੀ ਕਰਾਂਗੇ। ਜਿਹੜਾ ਭਿੰਡਰ ਸ਼ਬਦ ਹੈ ਨਾ, ਭਿੰਡਰਾਂ ਵਾਲੇ, ਉਹ ਭਿੰਡਰਾਂ ਤੋਂ ਪਿਆ। ਤੇ ਆਮ ਜਿਹੜੀ ਸੰਗਤ ਹੈ ਉਹ ਇਸ ਤਰ੍ਹਾਂ ਜਾਣਦੀ ਕਿ ਸ਼ਾਇਦ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਦਾ ਜਨਮ ਭਿੰਡਰ ਹੋਇਆ ਹੈ। ਸੋ ਮੈਂ ਦਾਸ ਸੰਗਤਾਂ ਨੂੰ ਬੇਨਤੀ ਕਰੇ ਕਿ ਮਹਾਂਪੁਰਖਾਂ ਦਾ ਜਨਮ ਨਗਰ ਡੋਡੇ ਵਿਖੇ 2 ਜੂਨ 1947 ਬਾਬਾ ਜੋਗਿੰਦਰ ਸਿੰਘ ਦੇ ਗ੍ਰਹਿ ਮਾਤਾ ਨਿਹਾਲ ਕੌਰ ਦੀ ਕੁੱਖ ਤੋਂ ਮਹਾਂਪੁਰਖਾਂ ਦਾ ਜਨਮ ਹੋਇਆ। ਕਈ ਵੀਰ ਕਹਿੰਦੇ ਕਿ 12 ਫਰਵਰੀ ਨੂੰ ਮਨਾਉਂਦੇ ਨੇ। ਜੋ ਅਸਲ ਮਹਾਂਪੁਰਖਾਂ ਜਨਮ ਸੀ ਉਹ 2 ਜੂਨ ਨੂੰ ਸੀ। ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਤੇ ਮੈਂ ਹਾਂ ਚਮਕੌਰ ਸਿੰਘ ਲੋਪੋ। ਦਰਸ਼ਕੋ, ਤੁਹਾਨੂੰ ਪਤਾ ਹੈ ਕਿ 1 ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੁੰਦਾ, ਜਿੱਥੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਉਹਦੇ ਸਾਥੀ ਜਿਨ੍ਹਾਂ ਦੇ ਉੱਤੇ ਫੋਰਸ ਦੁਆਰਾ ਅਟੈਕ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ। ਇਹ ਜਿਹੜਾ ਹਫ਼ਤਾ ਹੈ ਸਿੱਖ ਜਗ ਦੇ ਵਿੱਚ ਕਾਲੇ ਹਫ਼ਤੇ ਵਜੋਂ ਮਨਾਇਆ ਜਾਂਦਾ। ਅੱਜ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਜਨਮ ਦਿਨ ਹੈ। ਜਨਮ ਦਿਨ ਉਹਨਾਂ ਦੇ ਜੱਦੀ ਪਿੰਡ ਰੋਡੇ ਵਿਖੇ ਬੜੀ ਸਰਧਾ ਦੇ ਨਾਲ ਮਨਾਇਆ ਗਿਆ। ਅਤੇ ਆਜੋ ਤੁਹਾਨੂੰ ਰੋਡੇ ਪਿੰਡ ਲੈ ਕੇ ਜਾਂਦੇ ਆ। ਇਹ ਬਾਘਾ ਪੁਰਾਣਾ ਮੁੱਦਕੀ ਰੋਡ ਹੈ, ਜਿਹੜਾ ਤੁਸੀਂ ਰੋਡ ਦੇਖ ਰਹੇ ਹੋ ਵਗ ਰਿਹਾ ਹੈ, ਇਹ ਬਾਘਾ ਪੁਰਾਣਾ ਮੁੱਦਕੀ ਰੋਡ ਹੈ। ਇਸ ਰੋਡ ਦੇ ਉੱਤੋਂ ਜਿਹੜਾ ਗੁਰਦੁਆਰਾ ਜਨਮ ਸਥਾਨ ਹੈ ਤਕਰੀਬਨ 5 ਕਿਲੋਮੀਟਰ ਦੀ ਦੂਰੀ ਤੇ ਹੈ। ਉੱਥੇ ਮੁੱਖ ਸੇਵਾਦਾਰ ਭਾਈ ਬਲਵਿੰਦਰ ਸਿੰਘ ਹੈ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਜਿਹੜਾ ਜਨਮ ਦਿਹਾੜਾ ਹੈ ਉਹਨੂੰ ਲੈ ਕੇ ਕਈ 12 ਫਰਵਰੀ ਨੂੰ ਮਨਾਉਂਦੇ ਨੇ, ਤੁਸੀਂ 2 ਜੂਨ ਨੂੰ ਮਨਾਇਆ, ਅਤੇ ਜਿਹੜਾ ਸ਼ਹੀਦੀ ਹੋਈ ਕਿਸ ਤਰ੍ਹਾਂ ਦੇ ਨਾਲ ਹਮਲੇ ਹੋਏ, ਕਿੰਨੇ ਗੁਰਦੁਆਰਿਆਂ ਦੇ ਉੱਤੇ ਹੋਏ, ਕਿੰਨੇ ਕੁ ਸਿੰਘ ਆ ਜਿਹੜੇ ਉੱਥੇ
ਸ਼ਹੀਦ ਹੋਏ, ਉਹ ਸਾਰੀ ਆਪਾਂ ਗੱਲਬਾਤ ਕਰਦੇ ਆ। ਗੁਰਦੁਆਰਾ ਸਾਹਿਬ ਦਿਖਾਉਂਦੇ ਆ ਜਿਹੜਾ ਬਣਿਆ ਹੋਇਆ ਪਿੰਡ ਦੇ ਵਿੱਚ, ਭੋਰਾ ਸਾਹਿਬ, ਜਿੱਥੇ ਕੱਚਾ ਘਰ ਸੀ, ਜਿਸ ਵਿੱਚ ਬਾਬਾ ਜੋਗਿੰਦਰ ਸਿੰਘ ਉਹਨਾਂ ਦੇ ਗ੍ਰਹਿ ਵਿਖੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਉੱਥੇ ਜਨਮ ਦੀਆਂ ਯਾਦਾਂ ਜੁੜੀਆਂ ਹੋਈਆਂ, ਖੇਡੇ ਪਲੇ, ਵੱਡੇ ਹੋਏ, ਪਾਠ ਕੀਤਾ, ਜਾਪ ਕੀਤਾ। ਉਹ ਘਰ ਜਿੱਥੇ ਅੱਜ ਗੁਰਦੁਆਰਾ ਸਾਹਿਬ ਬਣਿਆ ਹੋਇਆ, ਆਓ ਉੱਥੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਤੇ ਗੱਲਬਾਤ ਕਰਦੇ ਆ, ਦਿਖਾਉਂਦੇ ਆ ਤੁਹਾਨੂੰ ਪਿੰਡ ਰੋਡੇ, ਜਿਹੜਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਜੱਦੀ ਪਿੰਡ ਹੈ। ਆਓ ਤੁਹਾਨੂੰ ਲੈ ਚੱਲਦੇ ਆ। ਜੇ ਗੱਲ ਕਰੀਏ, ਜਿਉਂ ਹੀ ਜੂਨ ਦਾ ਦਿਹਾੜਾ ਆਉਂਦਾ ਹੈ ਤੇ 1 ਜੂਨ ਤੋਂ ਲੈ ਕੇ ਪਹਿਲਾ ਹਫ਼ਤਾ ਜਿਹੜਾ ਕਾਲੇ ਹਫ਼ਤੇ ਵਜੋਂ ਮਨਾਇਆ ਜਾਂਦਾ ਹੈ। ਪਰ ਜੇ ਕਾਲੇ ਹਫ਼ਤੇ ਵਜੋਂ ਮਨਾਇਆ ਜਾਂਦਾ ਹੈ ਕਿਉਂਕਿ 20ਵੀਂ ਸਦੀ ਦੇ ਮਹਾਨ ਯੋਧੇ ਸੰਤ ਸਿਪਾਹੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਭਾਵੇਂ ਕਿਹਾ ਭਿੰਡਰਾਂ ਵਾਲੇ ਜਾਂਦਾ, ਪਰ ਜੇਕਰ ਦੇਖਿਆ ਜਾਵੇ ਅਸਲੀ ਜਿਹੜਾ ਉਹਨਾਂ ਦਾ ਜਨਮ ਹੋਇਆ ਸੀ, ਉਹਨਾਂ ਦਾ ਜੱਦੀ ਪਿੰਡ ਹੈ ਮੋਗੇ ਜ਼ਿਲ੍ਹੇ ਦਾ ਪਿੰਡ ਰੋਡੇ। ਕਾਲਾ ਹਫ਼ਤਾ ਮਨਾਉਂਦੇ ਆ, ਪਰ ਅੱਜ ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਉੱਥੇ ਗੁਰਦੁਆਰਾ ਸਾਹਿਬ ਬਣਿਆ ਜਨਮ ਸਥਾਨ, ਉੱਥੇ ਅਸੀਂ ਗੱਲਬਾਤ ਕਰਨ ਲਈ ਆਏ ਸੀ ਤੇ ਸਾਨੂੰ ਪਤਾ ਲੱਗਿਆ ਵੀ ਉੱਥੇ ਅੱਜ ਜਨਮ ਦਿਹਾੜਾ ਜਿਹੜੇ ਬਾਬਾ ਜਰਨੈਲ ਸਿੰਘ ਜੀ ਖਾਲਸਾ ਹੈ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਗਿਆ। ਬੜੀ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਆਉਂਦੀਆਂ ਨੇ ਇੱਥੇ। ਜਿਹੜਾ ਜਿੱਥੇ ਜਨਮ ਹੋਇਆ ਸੀ ਬਾਬਾ ਜੀ ਦਾ, ਉੱਥੇ ਆਲੀਸ਼ਾਨ ਗੁਰਦੁਆਰਾ ਬਣਿਆ। ਤੁਸੀਂ ਸ਼ਾਟ ਦੇਖ ਸਕਦੇ ਹੋ ਕਿ ਗੁਰਦੁਆਰਾ ਸਾਹਿਬ ਔਰ ਸੰਗਤਾਂ ਵੱਡੀ ਗਿਣਤੀ 'ਚ ਆਉਂਦੀਆਂ, ਦੇਸ਼ ਵਿਦੇਸ਼ ਦੀਆਂ ਸੰਗਤਾਂ ਜੁੜੀਆਂ ਹੋਈਆਂ ਇਸ ਸਥਾਨ ਨਾਲ। ਇਸ ਸਥਾਨ ਦੇ ਉੱਤੇ ਜੋ ਬਾਬਾ ਜੀ ਸੇਵਾ ਕਰਾਉਂਦੇ ਨੇ, ਗ੍ਰੰਥੀ ਸਿੰਘ ਨੇ, ਬੱਚਿਆਂ ਨੂੰ ਸੰਥਿਆ ਦਿੰਦੇ ਨੇ, ਗੁਰਬਾਣੀ ਨਾਲ ਜੋੜਦੇ ਨੇ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਉਹਨਾਂ ਦੇ ਜੀਵਨ ਬਾਰੇ ਦੱਸਦੇ ਨੇ, ਕਿਉਂਕਿ ਦੇਖਿਆ ਜਾਵੇ ਜਿਹੜੀ ਹੁਣ ਦੀ ਨੌਜਵਾਨ ਪੀੜ੍ਹੀ ਹੈ, ਇਹ ਪਿੰਡ ਅਜਿਹਾ ਹੋਣਾ ਚਾਹੀਦਾ ਜਿੱਥੇ ਸਾਰੇ ਗੁਰਸਿੱਖ ਹੋਣੇ ਚਾਹੀਦੇ ਸੀ, ਪਰ ਦੇਖਿਆ ਜਾਵੇ ਬਹੁਤ ਘੱਟ ਗਿਣਤੀ 'ਚ ਸਿੱਖ ਨੇ। ਉਸੇ ਤਰ੍ਹਾਂ ਹੀ ਇੱਥੇ ਦੁੱਧ ਘੱਟ ਵਿਕਦਾ ਹੋਣਾ, ਨਸ਼ੇ ਜ਼ਿਆਦਾ ਵਿਕਦੇ ਹੋਣੇ, ਉਹ ਪਿੰਡ ਬਣ ਚੁੱਕੇ ਨੇ। ਉਹ ਆਪਾਂ ਗੱਲਬਾਤ ਕਰਾਂਗੇ ਕਿ ਆਖਰ ਕੀ ਘਾਟ ਰਹਿ ਗਈ, ਪ੍ਰਚਾਰ ਦੇ ਵਿੱਚ ਘਾਟ ਹੈ ਜਾਂ ਕੀ ਕਾਰਨ ਰਹੇ ਨੇ। ਪਹਿਲਾਂ ਤਾਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਦੇਖਿਆ ਜਾਵੇ ਬਾਬਾ ਜੀ, ਜਿਹੜਾ ਇਹ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਇਹ ਜਿਹੜਾ ਜਨਮ ਸਥਾਨ ਹੈ, ਇਹਦੇ ਬਾਰੇ ਪਹਿਲਾਂ ਤਾਂ ਦੱਸੋ ਵੀ ਇੱਥੇ ਕੀ ਸੀ, ਕਿ ਇੱਥੇ ਜਨਮ ਹੋਇਆ ਸੀ? ਹੋਰ ਵੀ ਕਾਫੀ ਗੁਰਦੁਆਰੇ ਨੇ ਭਿੰਡਰਾਂ ਦੇ ਨਾਂ ਨਾਲ ਹੀ ਮਸ਼ਹੂਰ ਹੋਏ ਆ। ਉਹ ਮਹਿਤਾ ਚੌਂਕ ਵੀ ਰਹਿੰਦੇ ਸੀ, ਸ਼ਹੀਦੀ ਅੰਮ੍ਰਿਤਸਰ ਸਾਹਿਬ ਅਕਾਲ ਤਖਤ 'ਤੇ ਹੋਈ। ਇਹ ਜਿਹੜਾ ਰੋਡੇ ਪਿੰਡ ਉਹਨਾਂ ਦਾ ਜੱਦੀ ਪਿੰਡ, ਜੱਦੀ ਘਰ ਆ, ਇਹਦੇ ਬਾਰੇ ਜਾਣਕਾਰੀ ਦਿਓ ਪਹਿਲਾਂ।
ਦੇਸ਼ ਵਿਦੇਸ਼ ਅੰਦਰ ਸਮੂਹੀ ਨਾਨਕ ਨਾਮ ਲੇਵਾ ਸੰਗਤਾਂ ਨੂੰ ਦਾਸ ਫਤਿਹ ਅਰਜ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਇਹ ਆਪ ਸਥਾਨ ਮਹਾਂਪੁਰਖਾਂ ਦਾ ਵੇਖ ਰਹੇ ਹੋ, ਇਸ ਸਥਾਨ ਦਾ ਨਾਮ ਹੈ ਗੁਰਦੁਆਰਾ ਸੰਤ ਖਾਲਸਾ ਜਨਮ ਸਥਾਨ, ਜੋ ਦਮਦਮੀ ਟਕਸਾਲ ਦਾ ਬ੍ਰਾਂਚ ਹੈ, ਕੇਂਦਰ ਹੈ। ਔਰ ਜਿਸ ਸਥਾਨ ਤੇ ਆਪ ਗੁਰੂ ਘਰ ਦੇ ਅੰਦਰ ਦਰਸ਼ਨ ਕਰਨ ਗਏ, ਮਹਾਰਾਜ ਸਾਹਿਬ ਦਾ ਪ੍ਰਕਾਸ਼ ਹੈ। ਇਸ ਜਗ੍ਹਾ ਤੇ ਪਹਿਲਾਂ ਚੁਬਾਰਾ ਹੋਇਆ ਕਰਦਾ ਸੀ, ਜਿਸ ਵਕਤ ਮਹਾਂਪੁਰਖਾਂ ਦੇ ਸਤਿਕਾਰਯੋਗ ਪਿਤਾ ਬਾਬਾ ਜੋਗਿੰਦਰ ਸਿੰਘ ਜੀ ਅਤੇ ਸਮੁੱਚਾ ਜਿਹੜਾ ਪਰਿਵਾਰ ਇੱਥੇ ਰਿਹਾ ਕਰਦਾ ਸੀ। ਤੇ ਕਹਿੰਦੇ ਚੁਬਾਰੇ ਦੇ ਅੰਦਰ ਮਹਾਰਾਜ ਦਾ ਪ੍ਰਕਾਸ਼ ਹੋਇਆ ਕਰਦਾ ਸੀ। ਇੱਥੇ ਹੀ ਜੋ 20ਵੀਂ ਸਦੀ ਦੇ ਮਹਾਨ ਯੋਧੇ, ਮਹਾਨ ਸੂਰਮੇ ਸੰਤ ਬਾਬਾ ਜਰਨੈਲ ਸਿੰਘ ਮਹਾਂਪੁਰਖਾਂ ਦਾ ਜਨਮ ਹੋਇਆ ਅਤੇ ਜਿਹੜਾ ਬਚਪਨ ਹੈ ਉਹ ਵੀ ਮਹਾਂਪੁਰਖਾਂ ਦਾ ਇੱਥੇ ਬੀਤਿਆ। ਤੇ ਬਚਪਨ ਦੇ ਅੰਦਰ ਮਹਾਂਪੁਰਖ ਕੁਝ ਵਿੱਦਿਆ ਪੜ੍ਹੇ, ਕੋਈ ਬਹੁਤੀਆਂ ਨਹੀਂ, 5 ਕੁ ਜਮਾਤਾਂ, ਤੇ ਇੱਥੇ ਹੀ ਰਿਹਾ ਕਰਦੇ ਸਨ। ਤੇ ਜਿਸ ਵਕਤ ਬਾਬਾ ਜੋਗਿੰਦਰ ਸਿੰਘ ਨੇ ਪੁੱਛਿਆ ਕਿ ਭਾਈ ਜਰਨੈਲ ਸਿੰਘ ਕਿੰਨੇ ਪਾਠ ਜਪਜੀ ਸਾਹਿਬ ਦੇ ਕਰਦਾ ਹੁੰਨਾ? ਕਹਿਣ ਲੱਗਾ, ਪਿਤਾ ਜੀ ਨਿਤਨੇਮ ਕਰਦਾ ਹੁੰਨਾ। ਕਹਿਣ ਲੱਗੇ, ਜਪਜੀ ਸਾਹਿਬ ਦੇ ਪਾਠ ਵਧਾ, 5 ਪਾਠ ਕਰ, 5 ਸ਼ੁਰੂ ਕਰ ਦਿੱਤੇ। ਹੌਲੀ ਹੌਲੀ ਆਪ ਸੰਗਤਾਂ ਨੂੰ ਪਤਾ ਹੈ ਕਿ ਮਹਾਂਪੁਰਖਾਂ ਦਾ ਜਿਹੜਾ ਅਭਿਆਸ ਸੀ ਉਹ 101 ਪਾਠ ਤੇ ਪਹੁੰਚ ਗਿਆ। ਉਹ ਇੱਥੇ ਹੀ ਮਹਾਂਪੁਰਖ ਰਿਹਾ ਕਰਦੇ ਸਨ। ਇਸ ਤੋਂ ਬਾਅਦ ਜਿਸ ਵਕਤ ਆਪ ਜੀ ਨੇ ਜ਼ਿਕਰ ਕੀਤਾ ਕਿ ਭਿੰਡਰਾਂ ਵਾਲੇ, ਕਈ ਕਹਿੰਦੇ ਨੇ ਭਿੰਡਰਾਂ ਵਿੱਚ ਮਹਾਂਪੁਰਖਾਂ ਦਾ ਨਗਰ ਆ, ਦਮਦਮੀ ਟਕਸਾਲ ਦੇ 11ਵੇਂ ਮੁਖੀ ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਉਹ ਭਿੰਡਰ ਕਲਾਂ ਰਿਹਾ ਕਰਦੇ ਸਨ। ਉਹ ਇੱਕ ਸਮਾਂ ਸੀ ਉਹ ਦਮਦਮੀ ਟਕਸਾਲ ਦੀ ਬ੍ਰਾਂਚ ਸੀ। ਤੇ ਉਸ ਤੋਂ ਬਾਅਦ ਦਮਦਮੀ ਟਕਸਾਲ ਦੇ 12ਵੇਂ ਮੁਖੀ ਵਿਦਿਆ ਦੇ ਮਾਰਤੰਡ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਵੀ ਇੱਥੇ ਰਿਹਾ ਕਰਦੇ ਸਨ। ਤੇ ਸੰਤ ਖਾਲਸਾ ਜੀ ਇਸ ਤੋਂ ਇਲਾਵਾ ਜਿਹੜੇ ਵੀ ਦਮਦਮੀ ਟਕਸਾਲ ਦੇ ਮੁਖੀ ਸਨ, ਇਸ ਨਗਰ ਅੰਦਰ ਗੁਰਸਿੱਖੀ ਦਾ ਪ੍ਰਚਾਰ ਕਰਨ ਆਇਆ ਕਰਦੇ ਸਨ। ਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖ ਜਦੋਂ ਆਏ, ਉਸ ਵਕਤ ਬਾਬਾ ਜੋਗਿੰਦਰ ਸਿੰਘ ਜੀ, ਨਗਰ ਸਾਰਾ ਹੀ ਜਿਹੜਾ ਹੈ ਉਹ ਦਮਦਮੀ ਟਕਸਾਲ ਨਾਲ ਪ੍ਰੇਮ ਕਰਦਾ ਹੈ। ਜੋ ਦਮਦਮੀ ਟਕਸਾਲ ਦੇ ਮਹਾਂਪੁਰਖ ਜਾਂ ਵਿਦਵਾਨ ਸੱਜਣ ਆਉਂਦੇ ਨੇ, ਸਾਰਿਆਂ ਦਾ ਸਤਿਕਾਰ ਕਰਦੇ ਨੇ ਤੇ ਗੁਰਬਾਣੀ ਦੇ ਬਾਰੇ ਨੌਲੇਜ ਵੀ ਬੜੀ ਹੈ। ਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਹੁਣਾਂ ਮਹਾਂਪੁਰਖਾਂ ਨੇ ਕਿਹਾ ਕਿ ਬਾਬਾ ਜੋਗਿੰਦਰ ਸਿੰਘ ਉਹਨਾਂ ਨੂੰ ਤੁਹਾਡੇ ਕਿੰਨੇ ਸੁਪੁੱਤਰ ਨੇ, ਕਿੰਨੇ ਭੁਜੰਗੀ ਨੇ? ਕਹਿਣ ਲੱਗੇ 7 ਨੇ। ਕਹਿਣ ਲੱਗੇ ਸਾਨੂੰ ਇੱਕ ਜਥੇ ਵਿੱਚ ਦਿਓ। ਬਾਬਾ ਜੋਗਿੰਦਰ ਸਿੰਘ ਉਹਨਾਂ ਨੇ 7 ਜਿਹੜੇ ਭੁਜੰਗੀ ਸੀ ਲਾਈਨ ਦੇ ਵਿੱਚ ਖੜੇ ਕਰ ਦਿੱਤੇ। ਤੇ ਸਭ ਤੋਂ ਜਿਹੜੇ ਛੋਟੇ ਸਨ ਸੀ ਭਾਈ ਜਰਨੈਲ ਸਿੰਘ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਉਹਨਾਂ ਨੂੰ ਸਾਰਾ ਪਤਾ ਹੁੰਦਾ। ਸਭ ਤੋਂ ਜਿਹੜੇ ਛੋਟੇ ਸਨ ਭਾਈ ਜਰਨੈਲ ਸਿੰਘ, ਕਹਿਣ ਲੱਗੇ ਅਸੀਂ ਜਥੇ ਵਿੱਚ ਭਰਤੀ ਕਰਨੇ। ਮਹਾਂਪੁਰਖਾਂ ਨੂੰ ਨਾਲ ਲੈ ਗਏ, ਮਹਾਂਪੁਰਖ ਜਥੇ ਵਿੱਚ ਰਹੇ, ਵਿਦਿਆ ਪ੍ਰਾਪਤ ਕੀਤੀ। ਜਿਹੜਾ ਭਿੰਡਰ ਸ਼ਬਦ ਹੈ ਨਾ, ਭਿੰਡਰਾਂ ਵਾਲੇ, ਉਹ ਭਿੰਡਰਾਂ ਤੋਂ ਪਿਆ। ਸੰਤ ਬਾਬਾ ਸੁੰਦਰ ਸਿੰਘ ਹੋਣਾ ਤੋਂ, ਸੰਤ ਗਿਆਨੀ ਗੁਰਬਚਨ ਸਿੰਘ ਹੋਣਾ ਤੋਂ। ਉਸ ਤੋਂ ਬਾਅਦ ਸੰਤ ਕਰਤਾਰ ਸਿੰਘ ਜੀ, ਜਦੋਂ ਉਹਨਾਂ ਨੂੰ ਦਸਤਾਰਬੰਦੀ ਹੁੰਦੀ ਹੈ, ਉਸ ਤੋਂ ਬਾਅਦ ਮਹਾਂਪੁਰਖ ਮਹਿਤੇ ਚਲੇ ਜਾਂਦੇ ਨੇ। ਇਹ ਜੋ ਸਥਾਨ ਦੀ ਜ਼ਿੰਮੇਵਾਰੀ ਸੀ, ਇਹ ਸੀ ਸੰਤ ਗਿਆਨੀ ਮੋਹਨ ਸਿੰਘ ਹੋਣਾ ਦੀ। ਉਹਨਾਂ ਨੇ ਵੀ ਜ਼ਿਕਰ ਕੀਤਾ ਕਿ ਮੈਂ ਦਮਦਮੀ ਟਕਸਾਲ ਦਾ ਮੁਖੀ ਨਹੀਂ, ਮੁਖੀ ਸੰਤ ਗਿਆਨੀ ਕਰਤਾਰ ਸਿੰਘ ਦੇ, ਮੈਂ ਤੇ ਕੇਵਲ ਜੋ ਮਾਲਵੇ ਦਾ ਇਸ ਸਥਾਨ ਦਾ, ਇਸ ਪੜਾਅ ਦਾ ਮੁਖੀ ਹਾਂ। ਉਸ ਤੋਂ ਜਿਹੜਾ ਇਹ ਭਿੰਡਰ ਸ਼ਬਦ ਸੀ, ਭਿੰਡਰਾਂ ਵਾਲੇ, ਇਹ ਬਹੁਤ ਵੱਡਾ ਪ੍ਰਚਲਿਤ ਹੋ ਗਿਆ। ਸਮਾਂ ਆਇਆ ਕਿ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਦੇ ਨਾਲ ਇਹ ਸ਼ਬਦ ਬਹੁਤ ਮਹਾਰਾਜ ਦੀ ਕਿਰਪਾ ਨਾਲ ਜਿਹੜਾ ਹੈ ਵੱਡਾ ਹੋ ਗਿਆ। ਤੇ ਆਮ ਜਿਹੜੀ ਸੰਗਤ ਹੈ ਉਹ ਇਸ ਤਰ੍ਹਾਂ ਜਾਣਦੀ ਕਿ ਸ਼ਾਇਦ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਦਾ ਜਨਮ ਭਿੰਡਰ ਹੋਇਆ ਹੈ। ਸੋ ਮੈਂ ਦਾਸ ਸੰਗਤਾਂ ਨੂੰ ਬੇਨਤੀ ਕਰੇ ਕਿ ਮਹਾਂਪੁਰਖਾਂ ਦਾ ਜਨਮ ਨਗਰ ਰੋਡੇ ਵਿਖੇ 2 ਜੂਨ 1947 ਬਾਬਾ ਜੋਗਿੰਦਰ ਸਿੰਘ ਦੇ ਗ੍ਰਹਿ ਮਾਤਾ ਨਿਹਾਲ ਕੌਰ ਦੀ ਕੁੱਖ ਤੋਂ ਮਹਾਂਪੁਰਖਾਂ ਦਾ ਜਨਮ ਹੋਇਆ। ਸੋ ਅੱਜ ਮਹਾਂਪੁਰਖਾਂ ਦੇ ਸਥਾਨ ਤੇ, ਜਿੱਥੇ ਸਮੂਹੀ ਸੰਗਤਾਂ ਦੇ ਸਹਿਯੋਗ ਦੇ ਨਾਲ ਪਰਸੋਂ ਰੋਜ਼ ਤੋਂ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਤੁਰਕੀ ਗੁਰਬਾਣੀ ਦੇ ਇੱਕ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹਨ, ਭੋਗ ਪਾਏ ਗਏ। ਉਪਰੰਤ ਤੁਰਕੀ ਗੁਰਬਾਣੀ ਦਾ ਸ਼ਬਦ ਕੀਰਤਨ ਹੋਇਆ। ਇਸ ਤੋਂ ਬਾਅਦ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਹੋਣਾ ਨੇ ਕਥਾ ਵਿਚਾਰ ਕੀਤੀ। ਨਾਲ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਮਹਾਂਪੁਰਖ ਬਾਬਾ ਜਰਨੈਲ ਸਿੰਘ ਦੇ ਸੁਪੁੱਤਰ ਭਾਈ ਈਸਰ ਸਿੰਘ ਹੋਣਾ ਨੇ ਹਾਜ਼ਰੀ ਭਰੀ, ਸਮੁੱਚੇ ਨਗਰ ਨੇ ਹਾਜ਼ਰੀ ਭਰੀ, ਸਾਰੀਆਂ ਸੰਗਤਾਂ ਨੇ ਹਾਜ਼ਰੀ ਭਰੀ। ਇਹ ਜੋ ਆਪਨੇ ਪੁੱਛਿਆ ਕਿ ਜਨਮ ਦਿਹਾੜਾ, ਕਈ ਵੀਰ ਕਹਿੰਦੇ ਕਿ 12 ਫਰਵਰੀ ਨੂੰ ਮਨਾਉਂਦੇ ਨੇ। ਜੋ ਅਸਲ ਮਹਾਂਪੁਰਖਾਂ ਜਨਮ ਸੀ ਉਹ 2 ਜੂਨ ਨੂੰ ਸੀ। ਬਾਹਰਲੀਆਂ ਸੰਗਤਾਂ ਦੀ ਮੰਗ ਸੀ ਕਿ ਮਹਾਂਪੁਰਖਾਂ ਦਾ ਸਥਾਨ ਬਣ ਗਿਆ ਹੈ, ਕਿਉਂਕਿ ਪਹਿਲਾਂ ਇਹ ਸਥਾਨ ਜੋ ਸਾਰਾ ਬਾਬਾ ਪਰਿਵਾਰ ਸੀ ਇੱਥੋਂ ਚਲੇ ਗਏ ਸਨ, ਇੱਥੇ ਕਿੱਕਰਾਂ ਸਨ। ਉਸ ਤੋਂ ਬਾਅਦ ਸੰਤ ਗਿਆਨੀ ਹਰਨਾਮ ਸਿੰਘ ਹੋਣਾ ਨੇ, ਮਹਾਂਪੁਰਖਾਂ ਨੇ ਇਸ ਸਥਾਨ ਨੂੰ ਨੀਂਹ ਪੱਥਰ ਰੱਖਿਆ, ਸਥਾਨ ਬਣਾਇਆ। ਇਹ ਹੁਣ ਅਸੀਂ ਕਾਫੀ 4-5 ਸਾਲ ਹੋ ਗਏ ਨੇ, ਅਸੀਂ ਇਸ ਸਥਾਨ 'ਤੇ ਮਹਾਂਪੁਰਖਾਂ ਦਾ ਜਨਮ ਦਿਹਾੜਾ ਜਿਹੜਾ ਸਹੀ ਟਾਈਮ 'ਤੇ ਸੀ ਉਹ ਅਸੀਂ ਮਨਾਉਂਦੇ ਹਾਂ।
ਜੋ ਸ਼ਹੀਦੀ ਹਫਤਾ ਵੀ ਨਾਲ ਹੈ, ਘੱਲੂਘਾਰਾ ਹਫਤਾ ਵੀ ਹੈ, ਉਹ ਚੌਂਕ ਮਹਿਤੇ ਵਿਖੇ ਮਨਾਇਆ ਜਾ ਰਿਹਾ ਹੈ। ਜੇ ਬਾਬਾ ਜੀ ਦੇਖਿਆ ਜਾਵੇ, ਜਦੋਂ ਬਾਬਾ ਜੀ ਇੱਥੋਂ ਚਲੇ ਜਾਂਦੇ ਨੇ, ਪੜ੍ਹਾਈ ਹੁੰਦੀ ਆ, ਉਦੋਂ ਬਾਅਦ ਆਪਾਂ ਨੂੰ ਪਤਾ ਦਸਤਾਰਬੰਦੀ ਹੁੰਦੀ ਆ, ਮੁਖੀ ਬਣ ਜਾਂਦੇ ਨੇ। ਇਹ ਜਿਹੜਾ ਖਾਲਿਸਤਾਨ ਹੈ, ਇਹਦੀ ਮੰਗ, ਕਿਉਂਕਿ ਤੁਸੀਂ ਪੜ੍ਹਦੇ ਹੋ, ਇਹਨੂੰ ਵਿਚਾਰਦੇ ਹੋ, ਤੁਹਾਨੂੰ ਲੱਗਦਾ ਵੀ ਜਿਹੜੇ ਸੰਤ ਬਾਬਾ ਜਰਨੈਲ ਸਿੰਘ ਸੀ ਭਿੰਡਰਾਂ ਵਾਲੇ, ਉਹ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਜਾਂ ਹਿੰਦੂ ਸਿੱਖ ਦੇ ਵਿਤਕਰੇ ਨੂੰ ਲੈ ਕੇ ਲੜਦੇ ਸੀ? ਤੁਹਾਨੂੰ ਕਿਵੇਂ ਲੱਗਦਾ ਇਹ ਜਿਹੜੀ ਆਖਰ ਐਡੀ ਵੱਡਾ ਘੱਲੂਘਾਰਾ ਹੋ ਜਾਣਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਅਗਨ ਭੇਟ ਹੋ ਜਾਣੀ, ਸਾਡੀ ਲਾਇਬ੍ਰੇਰੀ ਮੱਚ ਜਾਣੀ, ਸਾਡੇ ਜਿਹੜਾ ਅਕਾਲ ਤਖ਼ਤ ਸਾਹਿਬ ਉਹਨੂੰ ਢਹਿ ਢੇਰੀ ਹੋ ਜਾਣਾ, ਐਡਾ ਵੱਡਾ ਕਿਉਂ ਦੁਖਾਂਤ ਵਾਪਰਿਆ ਹੋਊ? ਤੁਸੀਂ ਕੀ ਕਾਰਨ ਮੰਨਦੇ? ਖਾਲਿਸਤਾਨ ਦਾ ਆਖਰੀ ਅਰਥ ਹੈ ਸ਼ੁੱਧ ਹੋਣਾ। ਖਾਲਿਸਤਾਨ ਇੱਕ ਵੱਖਰਾ ਨਾਮ ਹੀ ਹੈ, ਪਰ ਮਹਾਂਪੁਰਖਾਂ ਨੇ ਇਹ ਨਹੀਂ ਕਿਹਾ ਸੀਗਾ ਵੀ ਸਾਨੂੰ ਵੀ ਖਾਲਿਸਤਾਨ ਦਿਓ। ਕਹਿਣ ਲੱਗੇ ਜੇ ਸਾਨੂੰ ਸਰਕਾਰ ਦਿੰਦੀ ਹੈ ਨਾ, ਪਾਕਿਸਤਾਨ ਨੇ ਲਿਆ, ਵੱਖਰਾ ਲੈ ਲਿਆ, ਅਫਗਾਨਿਸਤਾਨ ਵੱਖਰਾ ਹੋਇਆ, ਇਸ ਤੋਂ ਇਲਾਵਾ ਜੋ ਜੋ ਸੂਬਾ ਵੱਖਰਾ ਹੋਈ ਗਿਆ ਉਹਦੇ ਵੱਖਰੇ ਨਾਮ ਪਈ ਗਏ। ਸੰਤ ਜਰਨੈਲ ਸਿੰਘ ਨੇ ਇਹ ਨਹੀਂ ਕਿਹਾ ਸੀ ਵੀ ਜੇ ਅਸੀਂ ਖਾਲਿਸਤਾਨ ਬਣਾ ਲਿਆ ਉਹਦੇ ਵਿੱਚ ਹਿੰਦੂ ਨਹੀਂ ਰਹਿਣਗੇ, ਮੁਸਲਮਾਨ ਨਹੀਂ ਰਹਿਣਗੇ, ਈਸਾਈ ਨਹੀਂ ਰਹਿਣਗੇ। ਤੇ ਸੰਤ ਜਰਨੈਲ ਸਿੰਘ ਮਹਾਂਪੁਰਖਾਂ ਦਾ ਇਤਿਹਾਸ ਪੜ੍ਹੇ, ਜੇ ਕੋਈ ਹਿੰਦੂ ਵੀਰ ਵੀ ਆਇਆ ਤੇ ਮਹਾਂਪੁਰਖਾਂ ਨੇ ਉਹਦੀ ਵੀ ਗੱਲ ਸੁਣੀ। ਮਹਾਂਪੁਰਖਾਂ ਦੇ ਜੀਵਨ ਨੂੰ ਪੜ੍ਹਿਓ, ਜੇ ਕੋਈ ਹਿੰਦੂ ਧਰਮ ਦੇ ਅੰਦਰ ਕੋਈ ਬਿਪਤਾ ਪਈ, ਕਿਸੇ ਧੀ ਭੈਣ ਦੀ ਇੱਜ਼ਤ ਲੁੱਟੀ, ਤੇ ਮਹਾਂਪੁਰਖਾਂ ਨੇ ਸਿੰਘ ਵੀ ਭੇਜੇ। ਮਹਾਂਪੁਰਖਾਂ ਨੇ ਕਿਸੇ ਧਰਮ ਦੇ ਬਾਰੇ ਮਹਾਂਪੁਰਖਾਂ ਦੀ ਸਪੀਚਾਂ ਸੁਣਿਓ। ਮਨਜੀਤ ਸਾਹਿਬ ਦੀਵਾਨ ਹਾਲ ਤੋਂ ਇਹ ਗੱਲ ਕਹਿੰਦੇ ਸਨ ਕਿ ਮੁਸਲਮਾਨ ਉਹ ਹੈ ਜੋ 5 ਵਕਤ ਨਮਾਜ਼ ਪੜ੍ਹਦਾ ਤੇ ਕੁਰਾਨ ਤੇ ਅੱਲਾਹ ਤੇ ਵਿਸ਼ਵਾਸ ਰੱਖਦਾ ਹੈ। ਹਿੰਦੂ ਉਹ ਜੋ 3 ਵਕਤ ਦੀ ਗਾਇਤਰੀ ਕਰਦਾ ਹੈ ਤੇ ਗੀਤਾ ਤੇ ਵਿਸ਼ਵਾਸ ਰੱਖਦਾ ਹੈ, ਉਹ ਅਸਲ ਹਿੰਦੂ ਹੈ। ਇਸ ਤੋਂ ਇਲਾਵਾ ਜੋ ਸਿੱਖ ਧਰਮ ਹੈ ਉਹ ਗੁਰਬਾਣੀ ਤੇ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਰੱਖੇ, ਉਹ ਧਰਮ ਦੇ ਵਿੱਚ ਪ੍ਰਪੱਕ ਹੈ। ਮਹਾਂਪੁਰਖਾਂ ਦਾ ਜਿਹੜਾ ਮਿਸ਼ਨ ਸੀ ਉਹ ਇਹ ਨਹੀਂ ਸੀ। ਮਹਾਂਪੁਰਖਾਂ ਨੇ ਕਿਹਾ ਸੀ ਵੀ ਜੋ ਵੀ ਪੰਜਾਬ ਦੀ ਧਰਤੀ 'ਤੇ ਰਹਿੰਦਾ ਹੈ ਉਹਨੂੰ ਹੱਕ ਮਿਲਣੇ ਚਾਹੀਦੇ ਨੇ। 1984 ਤੋਂ ਪਹਿਲਾਂ ਵੀ ਦੇਖ ਲਓ ਸਾਡੇ ਸਿੱਖਾਂ ਨੂੰ ਕੀ ਹੁਕਮ ਮਿਲਿਆ। ਜੇ ਸਾਡੇ ਦੇਸ਼ ਦੀ ਵੰਡ ਹੋਈ, ਪਾਕਿਸਤਾਨ ਵੱਖਰਾ ਹੋਇਆ, ਹਿੰਦੁਸਤਾਨ ਵੱਖਰਾ ਹੋਇਆ, ਉਹਦੇ ਅੰਦਰ ਵੀ ਪੰਜਾਬ ਦੀ ਜਿਹੜੀ ਹਿੱਕ ਸੀ ਚੀਰ ਦਿੱਤੀ ਗਈ। ਜਿਹੜਾ ਲਹਿੰਦਾ ਪੰਜਾਬ ਸੀ ਉਹ ਸਾਰਾ ਪੰਜਾਬ ਦਾ ਸੀ। ਸਮਾਂ ਆਇਆ ਤੇ ਜਿਹੜਾ ਹਰਿਆਣਾ ਉਹ ਕੱਟ ਦਿੱਤਾ, ਰਾਜਸਥਾਨ ਅੱਧਾ ਕੱਟ ਦਿੱਤਾ, ਇਸ ਤੋਂ ਇਲਾਵਾ ਜਿਹੜਾ ਹਿਮਾਚਲ ਉਹ ਕੱਟ ਦਿੱਤਾ, ਇੱਕ ਛੋਟਾ ਜਿਹਾ ਪੰਜਾਬ ਰਹਿ ਗਿਆ। ਮਹਾਂਪੁਰਖਾਂ ਦੀ ਮੰਗ ਸੀ ਕਿ ਜੋ ਵੀ ਪੰਜਾਬ ਦੀ ਧਰਤੀ 'ਤੇ ਰਹਿੰਦੇ ਨੇ, ਜਾਂ ਪੰਜਾਬ ਦਾ ਪਾਣੀ ਹੈ, ਪੰਜਾਬ ਦੀ ਬਿਜਲੀ ਹੈ, ਜਾਂ ਇਸ ਤੋਂ ਇਲਾਵਾ ਜੋ ਵੀ ਸਾਡੇ ਨੌਜਵਾਨ ਵਿੱਦਿਆ ਪੜ੍ਹਦੇ ਨੇ, ਜੋ ਵੀ ਦਾਇਰੇ ਨੇ, ਉਹ ਪੰਜਾਬ ਦਾ ਮੁਕੰਮਲ ਤੌਰ 'ਤੇ ਪੰਜਾਬ ਸਰਕਾਰ ਉਹਦੇ ਹੱਕ ਤੈਅ ਕਰਨ, ਜੋ ਪੰਜਾਬ ਸਰਕਾਰ ਦੇ ਅੰਡਰ ਕੀਤਾ ਜਾਵੇ। ਜੋ ਅੱਜ ਪੰਜਾਬ ਦਾ ਪਾਣੀ ਜਾ ਰਿਹਾ ਉਹਦਾ ਕੋਈ ਪੈਸਾ ਨਹੀਂ, ਪੰਜਾਬ ਦੀ ਬਿਜਲੀ ਦਿੱਲੀ ਜਾ ਰਹੀ ਯੂਨਿਟ ਸਸਤੀ, ਪਰ ਸਾਡੀ ਯੂਨਿਟ ਮਹਿੰਗੀ ਹੈ। ਇਸ ਕਰਕੇ ਮਹਾਂਪੁਰਖਾਂ ਨੇ ਗੱਲ ਕਹੀ ਸੀ ਕਿ ਜੇ ਸਾਨੂੰ ਖਾਲਿਸਤਾਨ ਮਿਲਦਾ ਸੀ ਜਵਾਬ ਵੀ ਨਹੀਂ ਦਿੰਦੇ। ਬਾਬਾ ਜੀ ਜੇ ਦੇਖਿਆ ਜਾਵੇ, ਜਦੋਂ ਆਪਾਂ ਦੇਖਦੇ ਹਾਂ ਵੀ ਬਾਦਲਕਿਆਂ ਨਾਲ ਗੱਲਬਾਤ ਹੋ ਗਈ, ਉਹਨਾਂ ਦੇ ਨਾਲ ਮਿਲ ਕੇ ਅਨੰਦਪੁਰ ਦਾ ਮਤਾ ਜਾਂ ਹੋਰ ਮੋਰਚੇ ਲਾ ਲਏ, ਜੇ ਦਮਦਮੀ ਟਕਸਾਲ ਹੁਣ ਉਦੋਂ ਬਾਅਦ ਵੀ ਹੈ, ਉਦੋਂ ਬਾਅਦ ਵੀ ਮੁਖੀ ਬਣੇ ਨੇ, ਬਾਬਾ ਠਾਕੁਰ ਸਿੰਘ ਵੀ ਰਹੇ ਨੇ, ਹੁਣ ਗਿਆਨੀ ਹਰਨਾਮ ਸਿੰਘ ਜੀ ਤੋਂ ਮਾਨੇ ਹੁਣ ਚੁੱਪ ਨੇ, ਹੁਣ ਕੋਈ ਨਾ ਉੱਦਾਂ ਦੀ ਗਤੀਵਿਧੀ ਹੁੰਦੀ ਆ ਉਹ ਡਰ ਗਏ ਜਾਂ ਉਹਨਾਂ ਦੇ ਮਿਸ਼ਨ ਨੂੰ ਛੱਡ ਗਏ? ਤੁਹਾਨੂੰ ਕੀ ਲੱਗਦਾ? ਕਿਉਂਕਿ ਉਦੋਂ ਬੜੀ ਚੜ੍ਹਤ ਸੀ ਦਮਦਮੀ ਟਕਸਾਲ ਦੀ, ਅੱਜ ਲੱਗਦਾ ਲੋਕਾਂ ਦੇ ਵਿੱਚ ਉਹ ਗੱਲ ਨਹੀਂ ਰਹੀ। ਤੁਸੀਂ ਵੀ ਦੇਖਦੇ ਹੋ ਸੋਸ਼ਲ ਮੀਡੀਆ ਦੇ ਉੱਤੇ ਹਰ ਇੱਕ ਐਕਟਿਵ ਆ। ਤੁਹਾਨੂੰ ਕੀ ਲੱਗਦਾ ਵੀ ਕੀ ਕਾਰਨ ਆ? ਉੱਥੇ ਉਦੋਂ ਰਾਜਨੀਤੀ ਬਣਨ ਕਰਕੇ ਆਏ ਹੋਇਆ, ਐਡੇ ਵੱਡਾ ਭਾਣਾ ਵਾਪਰਿਆ, ਕੀ ਮੰਨਦੇ ਹੋ ਤੁਸੀਂ, ਤੇ ਹੁਣ ਕਿਉਂ ਚੁੱਪ? ਦੇਖੋ ਜੀ, ਜਦੋਂ ਵੀ ਕੋਈ ਘੱਲੂਘਾਰੇ ਵਾਪਰਦੇ ਨੇ ਨਾ, ਉਦੋਂ ਕੋਈ ਨਾ ਕੋਈ ਸਾਡੀ ਕੌਮ ਦੇ ਅੰਦਰ ਮਹਾਨ ਸੂਰਬੀਰ ਯੋਧਾ ਜਰਨੈਲ ਪੈਦਾ ਹੁੰਦਾ ਹੈ। ਸਮਾਂ ਆਇਆ ਤੇ ਇਸਲਾਮ ਧਰਮ ਦਾ ਬੋਲਬਾਲਾ ਸੀ। ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 4 ਸਾਹਿਬਜ਼ਾਦੇ ਸ਼ਹਾਦਤਾਂ ਦੇ ਜਾਮ ਪੀ ਗਏ, ਮਰਜੀਵੜੇ ਗੁਰੂ ਕੇ ਸਿੱਖ ਸ਼ਹਾਦਤਾਂ ਦੇ ਜਾਮ ਪੀ ਗਏ। ਫਿਰ ਗਰੀਬ ਨਵਾਜ਼ ਨੰਦੇੜ ਧਰਤੀ 'ਤੇ ਚਲੇ ਗਏ, ਕੋਈ ਸੂਰਮਾ ਨਹੀਂ ਉੱਠਿਆ। ਬੰਦਾ ਸਿੰਘ ਬਹਾਦਰ ਨੂੰ ਆਪ ਥਾਪੜ ਦੇ ਕੇ ਮਹਾਰਾਜ ਨੇ ਭੇਜਿਆ। ਫਿਰ ਬੰਦਾ ਸਿੰਘ ਬਹਾਦਰ ਨੇ ਜੋ ਮਸਾਣਾ ਸੀ ਜਾਂ ਜਿੰਨੇ ਵੀ ਉਹ ਮੁਸਲਮਾਨ ਸੀ ਉਹਨਾਂ ਸਾਰਿਆਂ ਨੂੰ ਖਤਮ ਕੀਤਾ ਤੇ ਜੋ ਹੱਕ ਸਨ ਕਿਸਾਨਾਂ ਦੇ ਉਹ ਦਵਾਏ। ਫਿਰ ਸਮਾਂ ਆਇਆ, 6 ਸਾਲ ਦਾ ਸਮਾਂ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ। ਉਸ ਤੋਂ ਬਾਅਦ ਜੇ ਸਮਾਂ ਆਇਆ ਤੇ 6 ਸਾਲ ਦਾ ਸਮਾਂ ਬਾਬਾ ਜਰਨੈਲ ਸਿੰਘ ਮਹਾਂਪੁਰਖਾਂ ਦੇ ਕੋਲ ਸੀ। ਜੋ ਮਹਾਂਪੁਰਖਾਂ ਨੇ ਅਨੰਦਪੁਰ ਸਾਹਿਬ ਦੇ ਮਤੇ ਰੱਖੇ, ਜੋ ਮਤੇ ਰੱਖੇ ਉਹਨਾਂ ਮਤਿਆਂ ਦੇ ਬਾਰੇ ਸਾਰਿਆਂ ਨੂੰ ਕਿਹਾ ਗਿਆ ਤੁਸੀਂ ਸਾਡਾ ਸਹਿਯੋਗ ਦਿਓ। ਮਹਾਂਪੁਰਖਾਂ ਨੇ ਇਹ ਨਹੀਂ ਸੀ ਕਿਹਾ ਵੀ ਸਾਡੇ ਕੋਲੇ ਕਾਂਗਰਸੀ ਨਾ ਆਵੇ, ਅਕਾਲੀ ਨਾ ਆਵੇ ਜਾਂ ਕੋਈ ਵੀ। ਮਹਾਂਪੁਰਖਾਂ ਨੇ ਸਾਰਿਆਂ ਨੂੰ ਨਾਲ ਲੈ ਕੇ ਚੱਲੇ ਸਨ। ਪਰ ਜਦੋਂ
ਗੱਲ ਆਈ ਮਹਾਂਪੁਰਖਾਂ ਨੂੰ ਜੋ ਦਰਬਾਰ ਸਾਹਿਬ ਗਏ ਸਨ, ਸਾਰੇ ਪਾਸੇ ਫੌਜ ਨੇ ਘੇਰਾ ਪਾ ਲਿਆ। ਪਰ ਗੁਰੂ ਕੇ ਸਿੱਖ ਦਾ ਕੰਮ ਹੁੰਦਾ, ਜਬ ਆਪ ਕੀ ਔਦ ਨਿਧਾਨ ਬਣੇ ਅਤ ਹੀ ਰਨ ਮੈਂ ਤਬ ਜੂਝ ਮਰੋ। ਉਹਨਾਂ ਮਹਾਂਪੁਰਖਾਂ ਨੇ ਆਪਣੇ ਬਚਨਾਂ ਤੇ ਪਹਿਰਾ ਦਿੱਤਾ। ਜੋ ਬਚਨ ਉਹਨਾਂ ਨੇ ਕਹੇ ਸਨ, ਉਹਨਾਂ ਦੇ ਵਾਸਤੇ ਉਹਨਾਂ ਨੇ ਸ਼ਹਾਦਤਾਂ ਦੇ ਜਾਮ ਪੀ ਲਏ, ਪਰ ਪਿੱਛੇ ਨਹੀਂ ਹਟੇ। ਉਸ ਤੋਂ ਬਾਅਦ ਜਿਵੇਂ ਸਮਾਂ ਚੱਲੀ ਗਿਆ, ਉਸ ਤਰ੍ਹਾਂ ਬਾਅਦ ਜਿਵੇਂ ਜਿਵੇਂ ਸਮੇਂ ਨੇ ਚੱਕਰ ਖਾਧੇ, ਜਿਵੇਂ ਜਿਵੇਂ ਸਮਾਂ ਅੱਗੇ ਆ ਰਿਹਾ ਹੈ, ਜੇ ਤਾਂ ਸਾਰੇ ਸੰਗਤ ਸਹਿਯੋਗ ਦੇਵੇ, ਸਾਰੇ ਸਹਿਯੋਗ ਦੇਣ, ਅੱਜ ਵੀ ਜਿਹੜਾ ਮੋੜ ਹੈ ਨਵਾਂ ਆ ਸਕਦਾ ਹੈ। ਕਿਉਂਕਿ ਸਾਡੇ ਅੰਦਰ ਫੁੱਟ ਪਈ ਹੋਈ ਹੈ। ਜਿੰਨਾ ਚਿਰ ਅਸੀਂ ਫੁੱਟ ਦੇ ਸ਼ਿਕਾਰ ਹੋਵਾਂਗੇ, ਉਨਾ ਚਿਰ ਅਸੀਂ ਕੁਝ ਪ੍ਰਾਪਤੀ ਨਹੀਂ ਕਰ ਸਕੇ। ਭਾਵੇਂ ਉਹ ਖਾਲਿਸਤਾਨ ਦੀ ਗੱਲ ਹੈ, ਭਾਵੇਂ ਉਹ ਸਾਡੇ ਸਿੱਖ ਜਥੇਬੰਦੀਆਂ ਦੀ ਗੱਲ ਹੈ, ਜਾਂ ਪੰਜਾਬ ਦੇ ਹੱਕਾਂ ਦੀ ਗੱਲ ਹੈ, ਅਨੰਦਪੁਰ ਸਾਹਿਬ ਦੇ ਮਤਿਆਂ ਦੀ ਗੱਲ ਹੈ, ਮੁੱਖ ਦੀ ਗੱਲ ਜੋ ਵੀ ਬਾਬਾ ਜਰਨੈਲ ਸਿੰਘ ਮਹਾਂਪੁਰਖਾਂ ਨੇ ਕਿਹਾ, ਜੇ ਆਪਾਂ ਕੁਝ ਪ੍ਰਾਪਤੀ ਕਰਨਾ ਚਾਹੁੰਦੇ ਹਾਂ, ਹੁਣ ਹਰੇਕ ਆਣ ਕਰਕੇ ਕੋਈ ਵੀ ਜਾਂ ਪੱਤਰਕਾਰ ਹੈ ਜਾਂ ਸਾਡੇ ਸੋਸ਼ਲ ਮੀਡੀਆ 'ਤੇ ਗੱਲ ਚੱਲਦੀ ਹੈ ਕਿ ਦਮਦਮੀ ਟਕਸਾਲ ਕੁਝ ਨਹੀਂ ਕਰਦੀ। ਦਮਦਮੀ ਟਕਸਾਲ ਜਿੰਨੇ ਜੋਗੀ ਹੈ, ਜਾਂ ਦਮਦਮੀ ਟਕਸਾਲ ਦੀ ਜੋ ਸੇਵਾਵਾਂ ਲੱਗੀਆਂ ਨੇ, ਉਹ ਖੂਬੀ ਨਿਭਾਈਆਂ ਜਾ ਰਹੀਆਂ ਨੇ। ਬਾਬਾ ਜੀ, ਜੇ ਦੇਖਿਆ ਜਾਵੇ, ਜਿਵੇਂ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਸੀ, ਤੁਹਾਨੂੰ ਲੱਗਦਾ ਨਹੀਂ ਅੱਜ ਵੀ ਦਿੱਲੀ ਮੋਰਚਾ ਲੱਗਿਆ ਵਾ, ਉੱਥੇ ਵੀ ਇਹ ਗੀਤ ਵੱਜਦੇ ਆ ਵੀ ਜੇ ਭਿੰਡਰਾਲਾ ਹੁੰਦਾ ਐਂ ਹੋ ਜਾਂਦਾ, ਬੇਅਦਬੀ ਹੋਈ, ਬੇਅਦਬੀ ਦੇ ਦੋਸ਼ੀਆਂ ਨੂੰ ਸੋਧਾ ਲਾ ਦਿੰਦੇ। ਤੁਹਾਨੂੰ ਕੀ ਲੱਗਦਾ ਵੀ ਹੁਣ ਕੀ ਗੱਲ ਸੂਰਮੇ ਮੁੱਕ ਗਏ? ਜਿਵੇਂ ਤੁਸੀਂ ਕਿਹਾ ਮਹਾਰਾਜ ਇਸਲਾਮ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਆਉਂਦੇ ਨੇ, ਉਸ ਤੋਂ ਬਾਅਦ ਇਹ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਲੇ ਸੂਰਮੇ ਉੱਠਦੇ ਨੇ। ਹੁਣ ਸੂਰਮੇ ਤੁਹਾਨੂੰ ਲੱਗਦਾ ਵੀ ਖਤਮ ਹੋ ਗਏ, ਵੀ ਜਿਹੜੇ ਇਹ ਜਿਹੇ ਬੇਅਦਬੀਆਂ ਵਾਲਿਆਂ ਦੇ ਜਾਂ ਜਿਹੜੇ ਪਖੰਡ ਪਖੁੰਡ ਵਾਲੇ ਵੀ ਇਹਨਾਂ ਨੂੰ ਰੋਕ ਨਹੀਂ ਸਕਦੇ? ਦੇਖੋ, ਜਿਹੜੇ ਸਿੱਖ ਧਰਮ ਅੰਦਰ ਸੂਰਮਾ ਕਦੀ ਖਤਮ ਨਹੀਂ ਹੁੰਦਾ ਹੋਵੇ। ਜਦੋਂ ਕਿਸੇ ਡਿਊਟੀ ਲੱਗਦੀ ਹੈ, ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਥਾਪੜਾ ਬਖਸ਼ਿਸ਼ ਕਰਦੇ ਨੇ। ਦੇਖੋ, ਪੁੱਲੇ ਨੇ ਕਿੰਨੇ ਸਾਡੇ ਬੱਚਿਆਂ ਦੇ ਨਾਲ ਗਲਤ ਕੰਮ ਕੀਤੇ, ਜੇਲ੍ਹ ਅੰਦਰ ਚਲਾ ਗਿਆ, 2 ਗੁਰੂ ਕੇ ਸਿੱਖਾਂ ਨੇ ਤੇਜ਼ਾਬ ਪਾ ਕੇ ਖਤਮ ਕਰ ਦਿੱਤਾ। ਕਿਉਂਕਿ ਕੋਈ ਵੀ ਜਿਹੜੀ ਬਖਸ਼ਿਸ਼ ਹੈ ਨਾ, ਕੁਰਬਾਨੀ ਹੈ, ਸ਼ਹੀਦੀ ਹੈ, ਉਹ ਬਖਸ਼ਿਸ਼ ਤੋਂ ਬਿਨਾਂ ਨਹੀਂ ਹੋਣੀ। ਸਿੱਖ ਧਰਮ ਅੰਦਰ ਅੱਜ ਵੀ ਬੜੇ ਸੂਰਮੇ ਨੇ, ਪਰ ਜਦੋਂ ਦੇਖੋ ਕੋਈ ਵੀ ਸ਼ਹਾਦਤ ਹੁੰਦੀ ਹੈ ਜਾਂ ਕੋਈ ਵੀ ਮੁਹਿੰਮ ਚੱਲਦੀ, ਕੋਈ ਵੀ ਲਹਿਰ ਉੱਠਦੀ ਹੈ ਨਾ, ਲਹਿਰ ਦੇ ਪਿੱਛੇ ਕਾਰਨ ਹੁੰਦਾ ਹੈ। ਅੱਜ ਕਿਸਾਨੀ ਸੰਘਰਸ਼ ਉੱਠਿਆ, ਸਿਖਰਾਂ 'ਤੇ ਗਿਆ ਹੈ, ਪਰ ਉੱਥੇ ਬਾਬਾ ਜਰਨੈਲ ਸਿੰਘ ਨੂੰ ਕਿਉਂ ਯਾਦ ਕਰਦੇ ਨੇ? ਕਿਉਂਕਿ ਉਹਨਾਂ ਮਹਾਂਪੁਰਖਾਂ ਨੇ ਅਨੰਦਪੁਰ ਸਾਹਿਬ ਦੇ ਮਤੇ ਅੰਦਰ ਇਹ ਜ਼ਿਕਰ ਕੀਤਾ ਸੀ ਕਿ ਜੋ ਕਿਸਾਨ ਪੰਜਾਬ ਦੀ ਕਿਸਾਨੀ ਦਾ ਮੁੱਲ ਹੈ, ਉਹ ਪੰਜਾਬ ਦਾ ਕਿਸਾਨ ਤੈਅ ਕਰੇਗਾ। ਅਨੰਦਪੁਰ ਸਾਹਿਬ ਦੇ ਮਤਿਆਂ ਬਾਰੇ ਤੁਹਾਨੂੰ ਪਤਾ ਹੈ, 1984 ਅੰਦਰ ਮਹਾਂਪੁਰਖਾਂ ਨੇ ਕਹੇ ਤਾਂ ਕਿੰਨਾ 37 ਸਾਲ ਹੋ ਗਏ ਨੇ, ਪਰ ਸਾਨੂੰ ਕੁਝ ਪ੍ਰਾਪਤੀ ਨਹੀਂ ਹੋਈ। ਜੇ ਅਸੀਂ ਉਸ ਵਕਤ ਵੀ ਮਹਾਂਪੁਰਖਾਂ ਦਾ ਸਹਿਯੋਗ ਦਿੰਦੇ ਨਾ, ਤੇ ਸਾਨੂੰ ਅੱਜ ਦਿੱਲੀ ਬੈਠਣ ਦੀ ਲੋੜ ਨਹੀਂ ਸੀ ਪੈਣੀ, ਸਾਨੂੰ ਸਭ ਕੁਝ ਪ੍ਰਾਪਤ ਹੋ ਜਾਣਾ ਸੀ। ਤੁਸੀਂ ਕਹਿੰਦੇ ਸੀ ਅੱਜ ਤੱਕ ਕੋਈ ਸੂਰਮਾ ਨਹੀਂ ਉੱਠਿਆ। ਸੂਰਮੇ ਜਿਹੜੇ ਨੇ, ਜਿਸ 'ਤੇ ਵੀ ਬਖਸ਼ਿਸ਼ ਹੋਵੇਗੀ, ਦੇਖੋ ਬਖਸ਼ਿਸ਼ ਪਰਮੇਸ਼ਰ ਨੇ ਕਰਨੀ, ਪਰਮੇਸ਼ਰ ਹੀ ਨਹੀਂ ਵੇਖਦਾ। ਮਹਾਂਪੁਰਖਾਂ ਦਾ ਜੀਵਨ ਪੜ੍ਹਿਓ, ਤੇ ਜਿਹੜੇ ਸ਼ਰਾਬੀ ਸਨ, ਅੰਮ੍ਰਿਤਧਾਰੀ ਹੋ ਕੇ ਉਹਨਾਂ ਨੇ ਸਭ ਤੋਂ ਵੱਡੀਆਂ ਸ਼ਹਾਦਤਾਂ ਪਾਈਆਂ। ਭਾਈ ਰਸਾਲ ਸਿੰਘ ਦਾ ਜੀਵਨ ਪੜ੍ਹਿਓ, ਜਿਹੜੇ ਰੱਜ ਕੇ ਸ਼ਰਾਬ ਪੀਂਦੇ ਸਨ, ਮਹਾਂਪੁਰਖਾਂ ਦੀ ਸੰਗਤ ਕੀਤੀ। ਕਿਉਂਕਿ ਜਿਹੜਾ ਕੋਈ ਸੂਰਮਾ ਆਉਂਦਾ ਹੈ, ਉਹਦੇ ਅੰਦਰ ਐਸੀ ਕੋਈ ਕਲਗੀਧਰ ਪਿਤਾ ਮਹਾਰਾਜ ਦੀ ਬਖਸ਼ਿਸ਼ ਹੁੰਦੀ ਹੈ ਕਿ ਉਹਦੇ ਬੋਲਾਂ ਨੂੰ ਸੁਣ ਕੇ, ਤੁਸੀਂ ਬਾਬਾ ਜਰਨੈਲ ਸਿੰਘ ਦਾ ਜ਼ਿਕਰ ਕੀਤਾ ਕਿ ਜਦੋਂ ਉਹਨਾਂ ਦੇ ਬੋਲ ਸੁਣਦੇ ਸਨ, ਚਾਹੇ ਉਹ ਨੌਜਵਾਨ ਸਨ, ਬਜ਼ੁਰਗ ਸਨ, ਸਾਡੀਆਂ ਮਾਈਆਂ ਸਨ, ਇਕੱਠ ਹੋ ਜਾਂਦਾ ਸੀ। ਇਕੱਠ ਦੇ ਪਿੱਛੇ ਕਾਰਨ ਸੀ ਕਿ ਉਸ ਮਹਾਂਪੁਰਖ ਦੀ ਕਮਾਈ ਵੀ ਸੀ, ਤੇ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਉਹਨਾਂ ਦੀ ਡਿਊਟੀ ਵੀ ਲੱਗੀ ਸੀ। ਤੇ ਜੋ ਕਿ ਉਹਨਾਂ ਮਹਾਂਪੁਰਖਾਂ ਨੇ ਕਹੇ, ਤੇ ਉਹਨਾਂ ਦੇ ਬੋਲ ਸੁਣ ਕੇ ਇੱਕ ਸ਼ਰਾਬੀ ਬੰਦੇ ਵੀ ਅਕਾਲ ਤਖਤ ਸਾਹਿਬ 'ਤੇ ਸ਼ਹਾਦਤਾਂ ਪਾ ਗਏ, ਅੰਮ੍ਰਿਤ ਛਕ ਕਰਕੇ। ਇਸ ਕਰਕੇ ਕੌਮ ਦੇ ਅੰਦਰ ਕਦੀ ਵੀ ਨਮੂਨਤੀ ਜਿਹੜੀ ਹੈ ਉਹ ਕਦੀ ਨਹੀਂ ਆ ਸਕਦੀ, ਕਿਉਂਕਿ ਇਹ ਪੰਥ ਕਿਸੇ ਇਨਸਾਨ ਦਾ ਨਹੀਂ ਹੈ, ਇਹ ਪੰਥ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੈ। ਜਦੋਂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਆਉਣ ਲੱਗੇ ਨੇ ਇਸ ਮਾਤਲੂਬ ਦੀ ਧਰਤੀ 'ਤੇ, ਤੇ ਅਕਾਲ ਪੁਰਖ ਵਾਹਿਗੁਰੂ ਜੀ ਕਹਿਣ ਲੱਗੇ, ਆਪ ਜੀ ਜਾਓ, ਜਾ ਕਰਕੇ ਖਾਲਸਾ ਪੰਥ ਦੀ ਸਿਰਜਣਾ ਕਰੋ। ਤੇ ਕਲਗੀਧਰ ਪਿਤਾ ਮਹਾਰਾਜ ਨੇ ਬਚਨ ਕੀਤੇ ਹੱਥ ਜੋੜ ਕੇ, ਦਸਮ ਦੀ ਬਾਣੀ ਪੜ੍ਹਿਓ, ਤੇ ਮਹਾਰਾਜ ਕਹਿੰਦੇ, ਠਾੜ ਪਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ, ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ। ਕਿ ਜਿਹੜਾ ਪੰਥ ਮੈਂ ਚਲਾਉਣ ਚੱਲਿਆ ਹਾਂ, ਉਹ ਤਾਂ ਚੱਲੇਗਾ ਜੇ ਤੁਹਾਡੀ ਕਿਰਪਾ ਹੋਵੇਗੀ, ਬਖਸ਼ਿਸ਼ ਹੋਵੇਗੀ। ਸਿੱਖ ਧਰਮ ਨੂੰ ਅੱਜ ਤੋਂ ਨਹੀਂ, ਬਹੁਤ ਲੰਮੇ ਸਮੇਂ ਤੋਂ ਢਾਹ ਲਾਉਣ ਵਾਸਤੇ ਆਏ ਨੇ, ਬੜੇ ਗਦਾਰ ਵੀ ਪੈਦਾ ਹੋਏ ਨੇ। ਸਿੱਖ ਧਰਮ ਨੂੰ ਖਤਮ ਕਰਨ ਦੇ ਵਾਸਤੇ ਅੱਜ ਵੀ ਜਿਹੜੀਆਂ ਅੱਜ ਉਹ ਸੈਂਟਰ ਦੀ ਸਰਕਾਰ ਹੈ, ਉਹ ਸਿੱਖਾਂ ਦੇ ਨਾਲ ਉਹਨਾਂ ਦਾ ਕੋਈ ਬਹੁਤਾ ਪ੍ਰੇਮ ਨਹੀਂ ਹੈ। ਇਸ ਤੋਂ ਇਲਾਵਾ ਜੋ ਵੀ ਤੁਸੀਂ ਕਹਿ ਰਹੇ ਸੀ ਕਿ ਉਹ ਸੂਰਮਾ ਪੈਦਾ ਨਹੀਂ ਹੁੰਦਾ, ਕਿ ਸੂਰਮੇ ਖਤਮ ਹੋ ਗਏ, ਪਰ ਜਿਹੜੀ ਬਖਸ਼ਿਸ਼ ਅਕਾਲ ਪੁਰਖ ਵਾਹਿਗੁਰੂ ਨੇ ਕਰਕੇ ਭੇਜੀ, ਖਾਲਸਾ ਪੰਥ ਦੀ ਸਿਰਜਣਾ ਕੀਤੀ, ਉਹ ਪੰਥ ਕਦੀ ਖਤਮ ਨਹੀਂ ਹੋਵੇਗਾ। ਇਹ ਸਮਾਂ ਜਿਹੜਾ ਹੈ ਮਹਾਰਾਜ ਸਾਹਿਬ ਆਪ ਬਣਾਉਂਦੇ ਨੇ।
ਫਿਰ ਇਹੋ ਜਿਹਾ ਸਮਾਂ ਅਜੇ ਤਾਂ ਕੁਝ ਵਿਖਿਆ ਹੀ ਨਹੀਂ। ਇਹ ਜਿਹੜਾ ਅਗਲਾ ਸਮਾਂ ਆ ਰਿਹਾ ਬੜਾ ਭਿਆਨਕ ਸਮਾਂ ਆਵੇਗਾ। ਫਿਰ ਇਹੋ ਜਿਹੀ ਬਖਸ਼ਿਸ਼ ਹੋਵੇ, ਕੋਈ ਸੂਰਮਾ ਉੱਠੇਗਾ, ਸਾਰੇ ਪੰਥ ਉਹਦੇ ਪਿੱਛੇ ਚੱਲੇਗਾ। ਜੇ ਦੇਖਿਆ ਜਾਵੇ ਬਾਬਾ ਜੀ, ਜਦੋਂ ਉੱਥੇ ਹਰਿਮੰਦਰ ਸਾਹਿਬ ਤੇ ਹਮਲਾ ਹੁੰਦਾ, ਬਹੁਤ ਨੌਜਵਾਨ ਆ ਜਿਹੜੇ ਸ਼ਹੀਦੀਆਂ ਪਾ ਜਾਂਦੇ ਨੇ। ਤੁਹਾਨੂੰ ਕੀ ਲੱਗਦਾ ਹੈ ਵੀ ਸਰਕਾਰ ਉੱਥੇ ਜੇ ਪਾਣੀ ਬੰਦ ਕਰ ਦਿੰਦੀ, ਰਾਸ਼ਨ ਬੰਦ ਕਰ ਦਿੰਦੀ, ਦੇਖ ਵੀ ਸਕਦੀ ਥੋੜ੍ਹੇ ਜਿਹੇ ਦਿਨ ਵੀ 10 12 15 20 ਦਿਨ ਵੀ ਪਾਣੀ ਬੰਦ ਕਰਦੀ, ਰਾਸ਼ਨ ਬੰਦ ਕਰਦੀ, ਵੀ ਬਾਹਰ ਆ ਜਾਂਦੇ, ਕੋਈ ਹੋਰ ਵੀ ਤਰੀਕਾ ਅਪਣਾਇਆ ਜਾ ਸਕਦਾ। ਤੁਹਾਨੂੰ ਲੱਗਦਾ ਨਹੀਂ ਵੀ ਇਹ ਇੱਕ ਪਲਾਨ ਬਣਾ ਕੇ ਹੀ ਹਮਲਾ ਕੀਤਾ ਗਿਆ? ਤੁਸੀਂ ਕਿਵੇਂ ਦੇਖਦੇ ਹੋ ਕਿ ਉਦੋਂ ਕਰਨਾ ਹੀ ਪੈਣਾ ਸੀ? ਤੁਹਾਨੂੰ ਕਿਵੇਂ ਲੱਗਦਾ ਵੀ ਕਿਵੇਂ ਕੀ ਹੋ ਸਕਦਾ ਹੈ? ਦੇਖੋ, ਪਲਾਨ ਦੀ ਤੁਸੀਂ ਗੱਲ ਕੀਤੀ ਹੈ ਨਾ, ਦੇਹਰਾਦੂਨ ਦੇ ਅੰਦਰ ਇਹਨਾਂ ਨੇ ਤਕਰੀਬਨ 3 ਮਹੀਨੇ ਹਿੰਦੁਸਤਾਨ ਦੀ ਜਿਹੜੀ ਫੌਜ ਸੀ ਉਹਨਾਂ ਨੇ ਅਭਿਆਸ ਕੀਤਾ ਵੀ ਕਿਵੇਂ ਅਕਾਲ ਤਖਤ ਸਾਹਿਬ ਹੈ, ਕਿਵੇਂ ਹਰਿਮੰਦਰ ਸਾਹਿਬ ਹੈ, ਕਿਸ ਤਰ੍ਹਾਂ ਆਪਾਂ ਉੱਥੇ ਜਾ ਕੇ ਬੰਬ ਸੁੱਟਣੇ ਨੇ, ਗੋਲੀਬਾਰੀ ਕਰਨੀ ਹੈ। ਉਹ ਸਾਰੀ ਜਿਹੜੀ ਉਹਨਾਂ ਨੇ ਵਿਉਂਤਬੰਦੀ ਦੇਹਰਾਦੂਨ ਕੀਤੀ ਹੈ। ਸਰਕਾਰ ਦੀ ਇਹ ਮਜਬੂਰੀ ਬਣ ਗਈ ਸੀ ਕਿ ਜੇਕਰ ਕਿ ਅਸੀਂ ਬਾਬਾ ਜਰਨੈਲ ਸਿੰਘ ਨੂੰ ਪ੍ਰੇਮ ਦੇ ਨਾਲ ਮਨਾਈਏ, ਉਹਨੇ ਮੰਨਣਾ ਨਹੀਂ। ਜੇਕਰ ਕਿ ਉਹਨੂੰ ਕੋਈ ਲਾਲਚ ਦਈਏ, ਤੁਸੀਂ ਜਾਣਦੇ ਹੋ ਸੰਤ ਬਾਬਾ ਜਰਨੈਲ ਸਿੰਘ ਮਹਾਂਪੁਰਖਾਂ ਦੇ ਬਾਰੇ, ਕਹਿਣ ਲੱਗੇ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਲਾਉਣੇ ਸੈਂਸਰ ਲਾ ਕੇ। ਮਹਾਂਪੁਰਖਾਂ ਨੇ ਠੁਕਰਾ ਦਿੱਤਾ। 1 ਅਰਬ ਅਮਰੀਕੀ ਡਾਲਰ ਤੁਹਾਨੂੰ ਦਿਨੇ ਤੁਹਾਡੇ ਅਕਾਊਂਟ 'ਚ ਪਾ ਦਿੰਦੇ ਆ। ਜੋ ਤੁਹਾਡੇ ਸਿੱਖ ਸ਼ਰਧਾਲੂ ਰਹਿੰਦੇ ਨੇ ਬਾਹਰਲੀਆਂ ਫੋਰਨ ਕੰਟਰੀਆਂ 'ਚ, ਉਹਨਾਂ ਦੇ ਅਕਾਊਂਟਾਂ 'ਚ ਪਾ ਦਿੰਦੇ ਆ। ਮਹਾਂਪੁਰਖਾਂ ਨੇ ਉਹ ਵੀ ਠੁਕਰਾ ਦਿੱਤਾ। ਇਸ ਤੋਂ ਇਲਾਵਾ 14 ਜਿਹੜੇ ਸਿੱਖ ਫੌਜੀ ਸਨ, ਉਹ ਮਹਾਂਪੁਰਖਾਂ ਨੂੰ ਮਨਾਉਣ ਦੇ ਵਾਸਤੇ ਭੇਜੇ ਕਿ ਤੁਸੀਂ ਜਾਓ, ਤੁਸੀਂ ਸਿੱਖ ਧਰਮ ਦੇ ਵਿੱਚੋਂ ਹੋ, ਕਿ ਸ਼ਾਇਦ ਤੁਹਾਡੇ ਬੋਲ ਸੁਣ ਕੇ ਬਾਬਾ ਜਰਨੈਲ ਸਿੰਘ ਮੰਨ ਜਾਵੇ। ਪਰ ਦੇਖੋ, ਉਸ ਮਹਾਂਪੁਰਖ ਦੀ ਕਿੱਡੀ ਵੱਡੀ ਕਮਾਈ ਸੀ। ਉਹ 14 ਜਿਹੜੇ ਆਰਮੀ ਦੇ ਫੌਜੀ ਨੌਜਵਾਨ ਸਾਡੇ ਸਿੱਖ ਧਰਮ ਦੇ ਵਿੱਚੋਂ ਗਏ, ਕਹਿੰਦੇ ਉਹ ਵਾਪਸ ਨਹੀਂ ਆਏ ਸਨ। ਉਹਨਾਂ ਨੇ ਸ਼ਹਾਦਤਾਂ ਦੀਆਂ ਜਾਮ ਪੀਤੇ। ਇਸ ਕਰਕੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਸੀ ਉਹਨਾਂ ਮਹਾਂਪੁਰਖਾਂ 'ਤੇ। ਦੂਜੀ ਗੱਲ ਤੁਸੀਂ ਪੁੱਛੀ ਕਿ ਸਰਕਾਰ ਨੇ ਜੋ ਹੱਲਾ ਕੀਤਾ, ਜੋ ਹਮਲਾ ਕੀਤਾ, ਇਹ ਸਰਕਾਰ ਦੀਆਂ ਖੁਦ ਸਾਜ਼ਿਸ਼ਾਂ ਸੀਗੀਆਂ। ਸਰਕਾਰ ਦੀ ਸਾਰੀ ਮੀਟਿੰਗ ਹੋਈ ਸੀ ਕਿ ਅਸੀਂ ਭਿੰਡਰਾਂ ਵਾਲੇ ਨੂੰ ਖਤਮ ਕਰਨਾ ਜਾਂ ਫੜ ਕੇ ਲਿਆਉਣਾ। ਇੱਥੋਂ ਤੱਕ ਕੁਲਦੀਪ ਬਰਾੜੇ ਲਿਖਦਾ ਹੈ, ਤੇ ਅਸੀਂ ਸੰਤ ਜਰਨੈਲ ਸਿੰਘ ਨੂੰ 2 ਜਾਂ 3 ਦਿਨ ਦੇ ਵਿੱਚ ਜਾਂ 4 ਘੰਟਿਆਂ ਵਿੱਚ ਫੜ ਕੇ ਅਸੀਂ ਦਿੱਲੀ ਲੈ ਜਾਵਾਂਗੇ। ਪਰ ਦੇਖੋ, 1 ਜੂਨ ਤੋਂ ਕੰਮ ਸ਼ੁਰੂ ਹੋ ਗਿਆ, 2 ਜੂਨ 3 ਜੂਨ 4 ਜੂਨ 5 ਜੂਨ, ਇਹ 1 ਹਫ਼ਤਾ ਜਿਹੜਾ ਇਹ ਕੰਮ ਚੱਲਿਆ, ਪਰ ਮਹਾਂਪੁਰਖ ਨਹੀਂ ਫੜੇ ਗਏ। ਪਰ ਸਰਕਾਰ ਦਾ ਜਿਹੜਾ ਸੀਗਾ ਬੋਲਬਾਲਾ ਉਹ ਇਹ ਸੀ ਕਿ ਇਹਨਾਂ ਨੂੰ ਖਤਮ ਕੀਤਾ ਜਾਵੇ, ਵੀ ਜੇ ਅੱਜ ਖਤਮ ਨਾ ਹੋਏ ਤੇ ਅਸੀਂ ਕੁਝ ਕਰ ਨਹੀਂ ਸਕਾਂਗੇ। ਇੱਥੋਂ ਤੱਕ ਕਿ ਉਹਨਾਂ ਨੇ ਪੈਕੇਜ ਵੀ ਭੇਜੇ। ਬਾਬਾ ਜਰਨੈਲ ਸਿੰਘ ਨੂੰ ਕਿਹਾ ਗਿਆ ਤੁਸੀਂ ਦਿੱਲੀ ਆਓ, ਜੋ ਤੁਸੀਂ ਕਹੋਗੇ ਅਸੀਂ ਮੰਨਾਂਗੇ। ਇੰਦਰਾ ਗਾਂਧੀ ਨੇ ਇਹ ਗੱਲ ਵੀ ਕਹੀ ਸੀ, ਪਰ ਸੰਤ ਜਰਨੈਲ ਸਿੰਘ ਕਹਿੰਦੇ ਨਹੀਂ, ਤੁਸੀਂ ਇੱਥੇ ਆਓ। ਪਰ ਜੋ ਉਹਨਾਂ ਨੇ ਪੈਕੇਜ ਦਿੱਤੇ, ਜੋ ਉਹਨਾਂ ਨੇ ਸ਼ਰਤਾਂ ਦਿੱਤੀਆਂ, ਸੰਤ ਜਰਨੈਲ ਸਿੰਘ ਮਹਾਂਪੁਰਖਾਂ ਨੇ ਠੁਕਰਾ ਦਿੱਤੀਆਂ। ਜੇ ਤੁਸੀਂ ਕਹੋ ਨਾ 1984 ਅੰਦਰ ਘੱਲੂਘਾਰਾ ਵਾਪਰਿਆ, ਇਹ ਸਰਕਾਰਾਂ ਦੀ ਜਿਹੜੀ ਸ਼ਾਇਦ ਸੀ, ਇਹ ਤਾਂ ਬਹੁਤ ਪਹਿਲਾਂ ਸਮਾਂ ਚੱਲ ਰਹੀ ਸੀ, 1-2 ਸਾਲ ਪਹਿਲਾਂ ਸਭ ਕੁਝ ਤਿਆਰੀ ਚੱਲ ਰਹੀ ਸੀ ਉਹਨਾਂ ਦੀ। ਬਾਬਾ ਜੀ, ਜੇ ਦੇਖਿਆ ਜਾਵੇ ਧਾਰਮਿਕ ਗ੍ਰੰਥਾਂ ਦਾ ਜਾਂ ਹੋਰ ਕਿੰਨਾ ਕੁ ਤੁਸੀਂ ਦੇਖਦੇ ਨੁਕਸਾਨ? ਕਿਉਂਕਿ ਜੇ ਅੱਜ ਗੁਰੂ ਗ੍ਰੰਥ ਸਾਹਿਬ ਦੇ ਕੁਝ ਸਰੂਪਾਂ ਦੀ ਬੇਅਦਬੀ ਹੋਈ, ਸਿੱਖ ਕੌਮ ਦੇ ਵਿੱਚ ਕਿੰਨਾ ਰੋਸ ਹੈ। ਬਾਦਲ ਦੀ ਸਰਕਾਰ ਉਹ ਲਾਤੀ, ਉਹਨਾਂ ਨੂੰ ਕਹਿੰਦੇ ਵੀ ਹੋ ਸਕਦਾ ਪਤਾ ਨਹੀਂ ਕਿੰਨੇ ਸਾਲ ਲੱਗ ਜਾਣਗੇ ਦੁਬਾਰੇ ਆਉਣ 'ਚ ਉਹ ਪੋਜੀਸ਼ਨ 'ਤੇ। ਕਾਂਗਰਸ ਆ ਜਿਹੜੀ, ਉਹਦੀ ਦੁਆਰੇ ਸਰਕਾਰ ਬਣੀ ਵੀ ਆ। ਇਹੀ ਜਿਹੜੇ ਹੁਣ ਕੁਝ ਮੰਤਰੀ ਆ, ਉਹਨਾਂ ਦੇ ਉਦੋਂ ਬਾਪ ਸੀ ਬੈਠੇ। ਕੀ ਲੱਗਦਾ ਤੁਹਾਨੂੰ ਵੀ ਸਿੱਖ ਕੌਮ ਉਹਨੂੰ ਭੁਲਾ ਗਈ ਆ? ਤੇ ਕਿੰਨਾ ਕੁ ਉਦੋਂ ਨੁਕਸਾਨ ਹੋਇਆ ਹੋਊ? ਕਿੰਨੇ ਕੁ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆ ਜਿਹੜੇ ਉਹਨਾਂ ਦੀ ਬੇਅਦਬੀ ਹੋਊ, ਅਗਨ ਭੇਟ ਹੋਏ ਹੋਣਗੇ? ਦੇਖੋ, ਜਿਹੜਾ 1984 ਦਾ ਘੱਲੂਘਾਰਾ ਨਾ, ਇਹ ਸਿੱਖ ਧਰਮ ਦੇ ਹਿਰਦਿਆਂ ਦੇ ਵਿੱਚੋਂ ਕਦੀ ਭੁੱਲਣਾ ਨਹੀਂ ਹੈ। ਵਿਦਵਾਨਾਂ ਦੇ ਬੋਲ ਪੜ੍ਹੀਏ ਨਾ, ਉਹ ਲਿਖਦੇ ਨੇ, ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ। शहीद की जो मौत है वो कौम की हयात है, हयात तो हयात वो कौम की हयात है। तो कबीर साहब ने पढ़ी, कबीर साहब कहते गगन दमामा बाजे उपरे निशाने कहाओ, खेत जो मांडो सूरमा अब दुजन को दाओ। जो तो प्रेम खिलन का चाओ, सिर तर तली गली मेरी आओ, इत मार्ग पैर तरीजै, सिर दीजै कान ना कीजै। कि 1704 ईस्वी के अंदर चमकौर की गढ़ी का जंग होंदा है, कि उस जंग नूं, उस घल्लूघारे नूं असीं भुल गए हाँ? नहीं भुल्ले। ਅੱਜ ਤਕਰੀਬਨ 1704 ਤੇ 21 ਚੱਲ ਰਹੀ ਹੈ, 300 ਸਾਲ ਤੋਂ ਉੱਤੇ ਹੋ ਚੁੱਕਿਆ, ਅਸੀਂ ਘੱਲੂਘਾਰਾ ਨਹੀਂ ਭੁੱਲੇ। ਉਸ ਤੋਂ ਪਿੱਛੇ ਜੋ ਘੱਲੂਘਾਰੇ ਹੋਏ, ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਹੋਈ, ਅਸੀਂ ਭੁੱਲੇ ਨਹੀਂ ਭੁੱਲੇ। ਇਸ ਕਰਕੇ ਜਿੰਨਾ ਚਿਰ ਸਿੱਖ ਧਰਮ ਹੈ, 1984 ਦਾ ਜਿਹੜਾ ਘੱਲੂਘਾਰਾ
ਸਿੱਖਾਂ ਦੇ ਹਿਰਦਿਆਂ ਵਿੱਚੋਂ ਕਦੀ ਭੁੱਲੇਗਾ ਨਹੀਂ। ਬਾਬਾ ਜੀ ਜੇ ਗੱਲ ਕਰੀਏ ਅੱਜ ਦੀ, ਜਦੋਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਆਉਂਦੇ ਨੇ, ਪ੍ਰਚਾਰ ਕਰਦੇ ਨੇ, ਇੱਕਦਮ ਜਿਹੜੀ ਨੌਜਵਾਨੀ ਉਹਨਾਂ ਦੇ ਪਿੱਛੇ ਲੱਗ ਜਾਂਦੀ। ਇੱਥੋਂ ਤੱਕ ਜਦੋਂ ਅਟੈਕ ਹੁੰਦਾ ਉਦੋਂ ਵੀ ਲੋਕੀ ਘਰਾਂ ਤੋਂ ਜਾਂਦੇ ਸੀ ਵੀ ਅਸੀਂ ਜਾ ਕੇ ਬਰਾਬਰ ਖੜਾਂਗੇ। ਅੱਜ ਦੇ ਤੇ ਉਸ ਸਮੇਂ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ? ਉਦੋਂ ਦਾ ਨੌਜਵਾਨ ਬਾਬੇ ਵੇਲੇ ਦਾ ਤੇ ਅੱਜ ਦਾ ਨੌਜਵਾਨ ਕੀ ਦੇਖਦੇ ਹੋ? ਉਹੀ ਨੌਜਵਾਨੀ ਆ, ਉਸੇ ਤਰ੍ਹਾਂ ਹੀ ਖੜੀ ਆ, ਉਸੇ ਤਰ੍ਹਾਂ ਗੁਰਸਿੱਖੀ ਜੀਵਨ ਦੇ ਵਿੱਚ ਆ, ਕਿਵੇਂ ਦੇਖਦੇ ਹੋ? ਦੇਖੋ ਜੀ, ਤੁਸੀਂ ਗੱਲ ਕੀਤੀ ਹੈ ਸਿੱਖੀ ਦੀ, ਨੌਜਵਾਨਾਂ ਦੀ। ਉਹਨਾਂ ਮਹਾਂਪੁਰਖਾਂ ਅੰਦਰ ਸੀ ਭਗਤੀ ਬੋਲਦੀ, ਗੁਰੂ ਦੀ ਬਖਸ਼ਿਸ਼ ਬੋਲਦੀ। ਉਹਨਾਂ ਦੀਆਂ ਸਪੀਚਾਂ ਸੁਣ ਕੇ ਅੱਜ ਵੀ ਨਾ, ਜੋ ਇੰਗਲੈਂਡ ਦੀ ਧਰਤੀ 'ਤੇ, ਅਮਰੀਕਾ ਦੀ ਧਰਤੀ 'ਤੇ, ਫੋਰਨ ਕੰਟਰੀਆਂ ਵਿੱਚ ਜਿਹੜੇ ਸਾਡੇ ਨੌਜਵਾਨ ਜਾਂਦੇ ਨੇ, ਚਾਹੇ ਉਹਨਾਂ ਦੇ ਕੇਸ ਕਤਲ ਨੇ, ਮੁੰਨੇ ਨੇ, ਜਿਸ ਵਕਤ ਉਹ ਕੰਮ ਕਰਦੇ ਨੇ, ਮਹਾਂਪੁਰਖਾਂ ਦੀਆਂ ਸਪੀਚਾਂ ਸੁਣਦੇ ਨੇ, ਅੱਜ ਵੀ ਅੰਮ੍ਰਿਤ ਛਕ ਰਹੇ ਨੇ। ਉਹਦੇ ਪਿੱਛੇ ਕਾਰਨ ਕੀ ਹੈ? ਉਹਦੇ ਪਿੱਛੇ ਕਾਰਨ ਹੈ ਕਿ ਉਸ ਮਹਾਂਪੁਰਖ ਦੀ ਕਮਾਈ ਬੋਲਦੀ ਹੈ। ਕਿਉਂਕਿ ਕਮਾਈ ਤੋਂ ਬਿਨਾਂ ਕੁਝ ਨਹੀਂ, ਕਮਾਈ ਤੋਂ ਬਿਨਾਂ ਸ਼ਹਾਦਤ ਵੀ ਨਹੀਂ ਹੁੰਦੀ। ਇਸ ਕਰਕੇ ਤੁਸੀਂ ਕਹਿ ਰਹੇ ਹੋ ਕਿ ਉਸ ਸਮੇਂ ਦੇ ਨੌਜਵਾਨ ਤੇ ਅੱਜ ਦੇ ਨੌਜਵਾਨ, ਜਦੋਂ ਮਹਾਂਪੁਰਖ ਸਪੀਚ ਕਰਦੇ ਸਨ ਨਾ, ਤੇ ਜਿਹੜੇ ਸ਼ਰਾਬੀ ਸਨ ਉਹ ਆਣ ਕਰਕੇ ਬਾਹਰ ਬੈਠ ਜਾਂਦੇ ਸਨ। ਜਿੱਥੇ ਉਹ ਮਹਾਂਪੁਰਖ ਬਹੁਤ ਵੀਰ ਰਸ ਦੇ ਵਿੱਚ ਸਨ, ਉੱਥੇ ਉਹਨਾਂ ਵਿੱਚ ਨਿਮਰਤਾ ਵੀ ਬੜੀ ਸੀ। ਸਾਡੇ ਨਗਰ ਦੇ 2-4 ਸਿੰਘ ਐਸੇ ਸਨ ਜਿਹੜੇ ਸ਼ਰਾਬ ਪੀਆ ਕਰਦੇ ਸਨ, ਤੇ ਕਹਿਣ ਲੱਗੇ, ਉਹ ਜਦੋਂ ਕਿਸੇ ਘਰ ਲੰਗਰ ਸੀ, ਮਹਾਂਪੁਰਖਾਂ ਨੇ ਜਲੇਬੀਆਂ ਆਪ ਵਰਤਾਈਆਂ, ਉਹਦਾ ਨਾਮ ਸੀ ਭਾਈ ਗਿੰਦਰ ਸਿੰਘ। ਉਹ ਬਾਹਰ ਬੈਠ ਗਿਆ, ਮਹਾਂਪੁਰਖਾਂ ਨੇ ਜਲੇਬੀਆਂ ਦਿੱਤੀਆਂ ਤੇ ਕਹਿਣ ਲੱਗੇ, ਭਾਈ ਇਹ ਸ਼ਰਾਬ ਛੱਡ ਤੇ ਅੰਮ੍ਰਿਤ ਛਕ। ਅੰਮ੍ਰਿਤ ਛਕਿਆ, ਉਹਨੇ ਬਹੁਤ ਲੰਮਾ ਸਮਾਂ ਸੇਵਾ ਕੀਤੀ, ਥੋੜ੍ਹਾ ਸਮਾਂ ਸਰੀਰ ਛੱਡ ਗਏ ਨੇ। ਇਸ ਤੋਂ ਇਲਾਵਾ ਹੋਰ ਵੀ ਬੜੇ ਸਿੰਘਾਂ ਦਾ ਜ਼ਿਕਰ ਆਉਂਦਾ ਹੈ ਕਿ ਮਹਾਂਪੁਰਖਾਂ ਦੇ ਪ੍ਰਚਾਰ ਨੂੰ ਸੁਣ ਕੇ ਉਹਨਾਂ ਨੇ ਸ਼ਰਾਬ ਛੱਡ ਕਰਕੇ ਅੰਮ੍ਰਿਤਧਾਰੀ ਹੋ ਕਰਕੇ ਸ਼ਹਾਦਤਾਂ ਦੇ ਜਾਮ ਪੀਤੇ। ਪ੍ਰਚਾਰ ਸਾਡੇ ਅੱਜ ਵੀ ਬੜਾ ਹੋ ਰਿਹਾ ਹੈ, ਕਿਉਂਕਿ ਜਿੰਨਾ ਚਿਰ ਅਸੀਂ ਜੋ ਗੁਰੂ ਦਾ ਉਪਦੇਸ਼ ਸੰਗਤ ਨੂੰ ਸੁਣਾ ਰਹੇ ਹਾਂ ਜਾਂ ਉਪਦੇਸ਼ ਦੇ ਰਹੇ ਹਾਂ, ਉਹ ਉਪਦੇਸ਼ ਕਿਸੇ ਮਨੁੱਖ ਦਾ ਨਹੀਂ, ਉਹ ਉਪਦੇਸ਼ ਗੁਰੂ ਦਾ ਹੈ। ਜਿਹੜਾ ਵੀ ਗੁਰਸਿੱਖ ਮਾਈ ਪਾਈ, ਜੋ ਵੀ ਪ੍ਰਚਾਰਕ ਹੈ, ਆਪਣੇ ਜੀਵਨ 'ਤੇ ਢਾਲੇਗਾ। ਜੋ ਗੁਰ ਕਹੇ ਸੋਈ ਪਲ ਮੰਨ ਹੋਵੇ, ਜੋ ਗੁਰੂ ਦਾ ਹੁਕਮ ਹੈ ਭਲੀ ਪ੍ਰਕਾਰ ਉਸਨੂੰ ਜਿਹੜੇ ਮੰਨਦੇ ਨੇ ਨਾ, ਉਹਨਾਂ ਦੇ ਬੋਲਾਂ ਨੂੰ ਸੁਣ ਕੇ ਅੱਜ ਵੀ ਜਿਹੜੇ ਨੌਜਵਾਨ ਨੇ ਉਹ ਇਕੱਠੇ ਹੋ ਜਾਂਦੇ ਨੇ ਤੇ ਅੰਮ੍ਰਿਤਧਾਰੀ ਹੋ ਜਾਂਦੇ ਨੇ, ਨਸ਼ੇ ਨੂੰ ਛੱਡ ਦਿੰਦੇ ਨੇ। ਪਰ ਨਸ਼ਾ ਜਿਹੜਾ ਹੈ ਪੰਜਾਬ ਦੀ ਧਰਤੀ 'ਤੇ ਬਹੁਤ ਜ਼ਿਆਦਾ ਹੈ। ਨਸ਼ਿਆਂ ਬਾਰੇ ਤੁਹਾਨੂੰ ਪਤਾ ਹੈ ਕਿ ਨਸ਼ੇ ਦੇ ਜਿਹੜੇ ਦਰਿਆ ਨੇ ਪੰਜਾਬ ਵਿੱਚ ਬਹੁਤ ਵਗ ਰਹੇ ਨੇ। ਸਿੱਖੀ ਦਾ ਪ੍ਰਚਾਰ ਵੀ ਹੋ ਰਿਹਾ ਹੈ, ਰੋਕਣ ਦੇ ਯਤਨ ਵੀ ਹੋ ਰਹੇ ਨੇ, ਪਰ ਜਿਹੜੀ ਗੁਰੂ ਦੀ ਕਿਰਪਾ ਹੈ, ਉਹ ਜੋ ਮਹਾਂਪੁਰਖ ਬਾਬਾ ਜਰਨੈਲ ਸਿੰਘ 'ਤੇ ਬਖਸ਼ਿਸ਼ ਸੀ, ਐਸੀ ਬਖਸ਼ਿਸ਼ ਵਾਲੇ ਜੇ ਹੋਰ ਗੁਰੂ ਕੇ ਪਿਆਰੇ ਆਉਣ, ਉਹਨਾਂ ਦੇ ਬੋਲਾਂ ਨੂੰ ਸੁਣ ਕਰਕੇ ਬੇਅੰਤ ਮਰਜੀ ਵੜੇ ਗੁਰੂ ਕੇ ਸਿੱਖ ਨਸ਼ੇ ਨੂੰ ਤਿਆਗ ਕਰਕੇ ਅੰਮ੍ਰਿਤਧਾਰੀ ਹੋ ਕਰਕੇ ਤੇ ਸਿੱਖੀ ਦੀ ਆਨ ਅਤੇ ਸ਼ਾਨ ਦੇ ਵਾਸਤੇ ਜੂਝਣ ਲਈ ਵੀ ਤਿਆਰ ਬੈਠੇ ਹਨ। ਬਾਬਾ ਜੀ, ਅੰਤ ਦੇ ਵਿੱਚ ਹੁਣ ਦੀ ਨੌਜਵਾਨ ਪੀੜ੍ਹੀ ਨੂੰ ਕੀ ਕਹਿਣਾ ਚਾਹੁੰਦੇ ਹੋ? ਕਿਉਂਕਿ ਜਿਹੜੇ ਦਿਨ ਆ ਬੜੇ ਉਦਾਸ ਚੱਲਦੇ ਨੇ, ਜਦੋਂ ਗੱਲਬਾਤ ਕਰੀਦੀ ਆ ਉਹ ਸੀਨ ਸਾਹਮਣੇ ਆਉਣ ਲੱਗ ਜਾਂਦੇ ਨੇ ਕਿ ਕਿਸ ਤਰ੍ਹਾਂ ਦੇ ਨਾਲ ਗੋਲੀਆਂ ਚੱਲੀਆਂ ਹੋਣੀਆਂ, ਕਿਵੇਂ ਆਪਣੇ ਜਿਹੜੇ ਨੌਜਵਾਨ ਆ ਉਹ ਬੈਠੇ ਹੋਣੇ ਅੰਦਰ। ਗੁਰਸਿੱਖ ਜਦੋਂ ਇੱਧਰੋਂ ਤੋਪਾਂ ਦੇ ਗੋਲੇ ਚੱਲਦੇ ਆ, ਉੱਧਰੋਂ ਨੌਜਵਾਨ ਬੈਠੇ ਹੋਣਗੇ, ਕੀ ਸੋਚਦੇ ਹੋਣਗੇ, ਕਿਹੋ ਜਿਹੀ ਵਿਉਂਤਬੰਦੀ ਕਰਕੇ ਕਿਵੇਂ ਉਹਨਾਂ ਨੂੰ ਅੱਗੋਂ ਜਵਾਬ ਦਿੰਦੇ ਹੋਣਗੇ। ਫਿਰ 1 ਜੂਨ ਤੋਂ ਲੈ ਕੇ ਇੰਨੇ ਦਿਨ ਲਗਾਤਾਰ ਲੜਾਈ ਕਰਨੀ ਕਿਸ ਤਰ੍ਹਾਂ ਦੇ ਨਾਲ। ਇੱਕ ਬਾਬਾ ਜੀ ਇਹ ਆ ਵੀ ਜਦੋਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਸ਼ਹਾਦਤ ਹੋ ਜਾਂਦੀ ਆ, ਸ਼ਹੀਦੀ ਪਾ ਜਾਂਦੇ ਨੇ ਉਹ, ਪਰ ਉਦੋਂ ਬਾਅਦ 'ਚ ਕਿਹਾ ਜਾਂਦਾ ਵੀ ਉਹ ਪਾਕਿਸਤਾਨ ਉੱਡ ਗਏ ਜੀ, ਉਹ ਜਿਉਂਦੇ ਆ, ਉਹ ਚੜ੍ਹਦੀ ਕਲਾ 'ਚ ਆ, ਟਕਸਾਲ ਦੇ ਮੁਖੀ ਨੇ ਡਿਕਲੇਅਰ ਨਹੀਂ ਕਰ ਪਾਇਆ। ਤੁਹਾਨੂੰ ਕੀ ਲੱਗਦਾ ਹੈ ਵੀ ਉਹਦੇ ਪਿੱਛੇ ਕੀ ਚੱਕਰ ਸੀ, ਕੀ ਸਾਜ਼ਿਸ਼ ਸੀ, ਜਾਂ ਕਿਉਂ ਇੰਨਾ ਚਿਰ ਜਿਹੜਾ ਹੈਗਾ ਉਹਨਾਂ ਨੂੰ ਕਿਹਾ ਗਿਆ ਵੀ ਚੜ੍ਹਦੀ ਕਲਾ 'ਚ? ਕਿਉਂਕਿ ਦੇਖੋ 1 ਜੂਨ ਤੋਂ ਲੈ ਕੇ ਤਕਰੀਬਨ 6 ਜੂਨ 7 ਜੂਨ ਤੱਕ ਵੀ ਜਿਹੜਾ ਹੈ ਘੱਲੂਘਾਰਾ ਚੱਲਦਾ ਰਿਹਾ। ਉਸ ਤੋਂ ਬਾਅਦ ਜੋ ਬਾਬਾ ਠਾਰ ਸਿੰਘ, ਭਾਈ ਅਮਰੀਕ ਸਿੰਘ, ਹੋਰ ਗੁਰੂ ਕੇ ਸਿੱਖਾਂ ਦੀਆਂ ਸ਼ਹਾਦਤਾਂ ਹੋ ਗਈਆਂ। ਪਰ ਜਦੋਂ ਬਾਬਾ ਜਰਨੈਲ ਸਿੰਘ ਦਾ ਜ਼ਿਕਰ ਆਉਂਦਾ ਹੈ, ਕਿਉਂਕਿ ਉਦੋਂ ਕੌਮ 'ਤੇ ਸਮਾਂ ਐਸਾ ਸੀ ਕਿ ਸਾਰੇ ਪਾਸੇ ਜੋ 37 ਗੁਰਦੁਆਰਿਆਂ 'ਤੇ ਹਮਲਾ ਹੋਇਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਜਿਹੜੇ ਸਨ ਉਹਨੂੰ ਗੋਲੀਆਂ ਲੱਗੀਆਂ। ਜੇ ਆਪਾਂ ਗੁਰੂ ਅਰਜਨ ਸਾਹਿਬ ਮਹਾਰਾਜ ਜ਼ਿਕਰ ਕਰੀਏ ਤਾਂ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ, ਕਿਉਂਕਿ ਮਹਾਂਪੁਰਖ ਇਹ 'ਚ ਕੋਈ ਸ਼ੱਕ ਨਹੀਂ ਕਿ ਉਹ ਬ੍ਰਹਮ ਗਿਆਨੀ ਨਹੀਂ ਸਨ।
ਉਹ ਬ੍ਰਹਮ ਗਿਆਨੀ ਸਨ। ਜੋ ਗੱਲ ਆਉਂਦੀ ਹੈ ਕਿ ਮਹਾਂਪੁਰਖ ਚੜ੍ਹਦੀ ਕਲਾ ਵਿੱਚ ਸੀ, ਇਹ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਮਹਾਂਪੁਰਖ ਜੋ ਉਹਨਾਂ ਨੇ ਬਚਨ ਕਹੇ ਉਹਨਾਂ ਨੂੰ ਉਹ ਆਪ ਜਾਣਦੇ ਸਨ। ਜੋ ਸਮਾਂ ਸੀ 1984 ਤੋਂ ਲੈ ਕੇ ਤਕਰੀਬਨ 1992 ਦਾ, ਉਹ ਸਮਾਂ ਬਹੁਤ ਖਤਰਨਾਕ ਸੀ। ਉਸ ਸਮੇਂ ਅੰਦਰ ਉਹਨਾਂ ਮਹਾਂਪੁਰਖਾਂ ਨੇ ਦਮਦਮੀ ਟਕਸਾਲ ਦੀ ਜੋ ਕਮਾਨ ਕੀਤੀ, ਤੇ ਉਹ ਮਹਾਂਪੁਰਖ ਆਪ ਜਾਣਦੇ ਨੇ ਕਿ ਉਹਨਾਂ ਦੇ ਕਹਿਣ ਦਾ ਕਾਰਨ ਉਹ ਮਹਾਂਪੁਰਖ ਆਪ ਦੱਸ ਸਕਦੇ ਸਨ ਵੀ ਉਹਨਾਂ ਨੇ ਸ਼ਹੀਦ ਕਿਉਂ ਨਹੀਂ ਕਿਹਾ, ਕਿਉਂਕਿ ਸਮਾਂ ਐਸਾ ਸੀਗਾ ਕਿ ਸ਼ਾਇਦ ਜੇ ਆਪਾਂ ਸ਼ਹੀਦ ਵੀ ਕਹਿ ਦਿੰਦੇ ਤੇ ਸਮਾਂ ਸ਼ਾਇਦ ਹੋਰ ਖਤਰਨਾਕ ਆ ਜਾਂਦਾ। ਉਹ ਮਹਾਂਪੁਰਖ ਹੀ ਦੱਸ ਸਕਦੇ ਸਨ ਕਿ ਉਹਨਾਂ ਨੇ ਸ਼ਹੀਦ ਕਿਉਂ ਨਹੀਂ ਕਿਹਾ। ਬਾਬਾ ਜੀ, ਜਿਹੜੀ ਤੁਸੀਂ 37 ਗੁਰਦੁਆਰਿਆਂ ਦੀ ਗੱਲ ਕੀਤੀ ਹੈ, ਇਹ ਵੀ ਜ਼ਰੂਰ ਦੱਸੋ, ਕਿਉਂਕਿ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਉੱਤੇ ਤਾਂ ਹਮਲਾ ਕੀਤਾ ਸੀ, ਅੰਦਰ ਭਿੰਡਰਾਂ ਵਾਲਾ ਕਹਿੰਦੇ ਬੈਠਾ ਸੀ, ਸੰਤ ਜਰਨੈਲ ਸਿੰਘ ਖਾਲਸਾ ਬੈਠੇ ਸੀ, ਉਹਨਾਂ ਦੀ ਫੌਜ ਬੈਠੀ ਸੀ, ਉਹਨਾਂ 'ਤੇ ਉਹਨਾਂ ਨੇ ਹਮਲਾ ਕਰਤਾ ਵੀ ਦੇਸ਼ ਵਿਰੋਧੀ ਸਮਝ ਕੇ। ਜਿਹੜੇ ਦੂਜੇ 36 ਗੁਰਦੁਆਰੇ ਆ ਉੱਥੇ ਕੌਣ ਬੈਠਾ ਸੀ? ਦੇਖੋ ਜੀ, ਉਹ ਕੇਵਲ ਸਰਕਾਰ ਦੀ ਇੱਕ ਨੀਤੀ ਸੀ ਕਿ ਸਿੱਖਾਂ ਨੂੰ ਇਹੋ ਜਿਹਾ ਸਬਕ ਸਿਖਾਓ ਕਿ ਛੇਤੀ ਉਸ ਤੋਂ ਬਾਅਦ ਉੱਠਣ ਨਾ। ਗੱਲ ਤੇ ਭਿੰਡਰਾਂ ਵਾਲੇ ਸੰਤਾਂ ਦੀ ਸੀ ਨਾ, ਜਾਂ ਸਿੰਘਾਂ ਦੀ, ਉਹ ਤਾਂ ਦਰਬਾਰ ਸਾਹਿਬ ਬੈਠੇ ਸਨ। ਦੂਸਰੇ ਜਿਹੜੇ 36 ਗੁਰਦੁਆਰੇ ਸਨ ਉੱਥੇ ਤਾਂ ਸਿੰਘ ਕੋਈ ਨਹੀਂ ਸੀ। ਇਹ ਸਰਕਾਰ ਦੀ ਸਭ ਤੋਂ ਵੱਡੀ ਪਾਲਿਸੀ ਸੀ ਕਿ ਇਹੋ ਜਿਹਾ ਸਬਕ ਸਿਖਾਓ ਕਿ ਛੇਤੀ ਸਿੱਖ ਜਿਹੜੇ ਨੇ ਆਪਣੇ ਖਾਲਸਾ ਪੰਥ ਆ ਕਿ ਛੇਤੀ ਉੱਠੇ ਨਾ। ਇਹ ਸਾਰੀ ਸਰਕਾਰ ਦੀ ਨੀਤੀ ਸੀ। ਹੁਣ ਜੇ ਅੰਤ 'ਤੇ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ? ਨੌਜਵਾਨ ਪੀੜ੍ਹੀ ਆ, ਪੂਰੇ ਪੰਜਾਬ ਵਾਸੀ ਆ, ਦੇਸ਼ ਵਿਦੇਸ਼ ਦੀਆਂ ਸੰਗਤਾਂ ਆਪਾਂ ਨੂੰ ਦੇਖ ਰਹੀਆਂ ਨੇ, ਕੀ ਮੈਸੇਜ ਦੇਣਾ ਚਾਹੁੰਦੇ ਹੋ? ਕੀ ਇਹ ਤੋਂ ਸਿੱਖਿਆ ਲੈਣੀ ਚਾਹੀਦੀ? ਕਿਹੋ ਜਿਹਾ ਜੀਵਨ ਬਣਾਉਣਾ ਚਾਹੀਦਾ? ਮੈਂ ਸਾਰੀਆਂ ਦੇਸ਼ ਵਿਦੇਸ਼ ਦੀ ਸੰਗਤਾਂ ਨੂੰ, ਨੌਜਵਾਨ ਵੀਰਾਂ ਨੂੰ, ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਉਹਨਾਂ ਮਹਾਂਪੁਰਖਾਂ ਨੇ ਬਹੁਤ ਵੱਡੀ ਸ਼ਹਾਦਤ ਦਾ ਜਾਮ ਪੀਤਾ। ਸ਼ਹੀਦ ਭਾਈ ਅਮਰੀਕ ਸਿੰਘ ਜੀ, ਸ਼ਹੀਦ ਭਾਈ ਜਨਰਲ ਸੁਬੇਗ ਸਿੰਘ ਜੀ, ਬਾਬਾ ਠਾਰਾ ਸਿੰਘ ਜੀ, ਹੋਰ ਜਿਹੜੇ ਨਾਲ ਦੇ ਗੁਰੂ ਕੇ ਸਿੱਖ ਸਨ, ਉਹਨਾਂ ਨੇ ਬਹੁਤ ਵੱਡੀ ਸ਼ਹਾਦਤ ਦਾ ਜਾਮ ਪੀਤਾ। 1 ਜੂਨ ਤੋਂ ਲੈ ਕੇ 6 ਜੂਨ ਤੱਕ ਘੱਲੂਘਾਰਾ ਵਾਪਰਿਆ। ਬੇਅੰਤ ਮਰਜੀਵੜੇ ਗੁਰੂ ਕੇ ਸਿੱਖ, ਛੋਟੇ ਬੱਚੇ, ਸਿੰਘਣੀਆਂ ਸ਼ਹੀਦ ਹੋਈਆਂ। ਸਾਨੂੰ ਇਸ 1 ਹਫ਼ਤੇ ਵਾਸਤੇ ਅਸੀਂ ਵੱਧ ਤੋਂ ਵੱਧ ਗੁਰਬਾਣੀ ਦਾ ਜਾਪ ਕਰੀਏ, ਉਹਨਾਂ ਸ਼ਹੀਦਾਂ ਦੀ ਯਾਦ ਮਨਾਈਏ, ਵੱਧ ਤੋਂ ਵੱਧ ਗੁਰਬਾਣੀ ਦਾ ਜਾਪ ਕਰੀਏ, ਜਪਜੀ ਸਾਹਿਬ ਦੇ ਪਾਠ ਕਰੀਏ, ਚੌਪਈ ਸਾਹਿਬ ਦੇ ਪਾਠ ਕਰਕੇ ਅਰਦਾਸ ਕਰੀਏ, ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰੋ, ਜਿਵੇਂ ਉਹਨਾਂ ਮਹਾਂਪੁਰਖਾਂ ਨੇ ਪੂਰਨੇ ਪਾਏ, ਜਿਵੇਂ ਉਹਨਾਂ ਮਹਾਂਪੁਰਖਾਂ ਦਾ ਜੀਵਨ ਸੀ, ਸਾਡੇ 'ਤੇ ਰਹਿਮਤ ਕਰੋ, ਸਾਡੇ 'ਤੇ ਕਿਰਪਾ ਕਰੋ, ਸਾਨੂੰ ਵੀ ਐਸਾ ਪਰਪੱਖ ਗੁਰਸਿੱਖੀ ਦਾ ਜੀਵਨ ਜਿਹੜਾ ਬਖਸ਼ਿਸ਼ ਕਰੋ। ਸੋ ਦਰਸ਼ਕੋ, ਇਹ ਸਨ ਭਾਈ ਬਲਵਿੰਦਰ ਸਿੰਘ ਜੀ ਖਾਲਸਾ, ਜਿਹੜੇ ਕਿ ਜਨਮ ਸਥਾਨ ਪਿੰਡ ਰੋਡੇ, ਮੋਗਾ ਜ਼ਿਲ੍ਹੇ ਦਾ ਬੜਾ ਇਤਿਹਾਸਕ ਪਿੰਡ ਹੈ, ਜਿੱਥੇ ਸੰਤ ਗਿਆਨੀ ਸੰਤ ਬਾਬਾ ਜਰਨੈਲ ਸਿੰਘ ਜੀ ਉਹਨਾਂ ਦਾ ਜਨਮ ਹੁੰਦਾ ਹੈ। ਇੱਥੇ ਖੇਡਦੇ ਪਲਦੇ ਵੱਡੇ ਹੁੰਦੇ ਨੇ ਤੇ ਬੜਾ ਜਾਪ ਕੀਤਾ। ਇੱਥੇ ਉਹਨਾਂ ਨੇ ਬੜੇ ਜਿਹੜੇ ਹੈਗੇ ਗੁਰਬਾਣੀ ਦੇ ਜਾਪ ਕੀਤੇ। ਬਹੁਤ ਅਭਿਆਸੀ ਸੀ, ਨਿਤਨੇਮ ਤੋਂ ਬਿਨਾਂ ਵੀ ਜਪਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ, ਬਹੁਤ ਜਿਹੜਾ ਪਾਠ ਹੈ ਇੱਥੇ ਹੋਇਆ। ਤੇ ਅੱਜ ਵੀ ਜਿਹੜਾ ਗੁਰਦੁਆਰਾ ਸਾਹਿਬ ਆ, ਇੱਥੇ ਬੜੀ ਵੱਡੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਉਪਰਾਲਾ ਕੀਤਾ, ਹੰਭਲਾ ਮਾਰਿਆ ਕਿ ਉਹਨਾਂ ਦੀ ਯਾਦ ਨੂੰ ਇੱਥੇ ਆਪਾਂ ਬਣਾਈਏ, ਕਿ ਉਹਨਾਂ ਦਾ ਜਨਮ ਸਥਾਨ ਆ ਜਿਹੜਾ ਉਹ ਤਿਆਰ ਕਰੀਏ। ਬੜਾ ਦਮਦਮੀ ਟਕਸਾਲ ਦੇ ਨਾਲ ਮਿਲ ਕੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ, ਨਗਰ ਦੇ ਸੰਗਤ ਦਾ ਵੀ ਬੜਾ ਵੱਡਾ ਸਹਿਯੋਗ ਆ, ਕਿਉਂਕਿ ਜਿਹੜੇ ਅੱਜ ਨੌਜਵਾਨ ਪੀੜ੍ਹੀ ਆ ਸਿੱਖੀ ਵੱਲੋਂ ਟੁੱਟ ਕੇ ਹੋਰ ਪਾਸੇ ਲੱਗ ਰਹੀ ਆ, ਫਿਲਮਾਂ ਵੱਲ, ਗੀਤਾਂ ਵੱਲ, ਉਹਨੂੰ ਦੁਬਾਰੇ ਜੋੜ ਕੇ ਬੜੇ ਵੱਡੇ ਉਪਰਾਲੇ ਹੋ ਰਹੇ ਨੇ। ਹਰ ਰੋਜ਼ ਗੁਰਬਾਣੀ ਸਿਖਾਈ ਜਾਂਦੀ ਕਿ ਉਹ ਨੌਜਵਾਨ ਪੀੜ੍ਹੀ ਨੂੰ ਦੁਬਾਰੇ ਗੁਰਸਿੱਖੀ ਦੇ ਨਾਲ ਜੋੜ ਦਿੱਤਾ ਜਾਵੇ, ਤਾਂ ਕਿ ਜਿਹੜੇ ਆਪਣੇ ਸਿੱਖ ਇਤਿਹਾਸ ਹੈ ਉਹਦੇ ਵਿੱਚ ਕਿੰਨੀਆਂ ਕੁਰਬਾਨੀਆਂ ਨੇ, ਕਿੰਨਿਆਂ ਨੇ ਕੁਰਬਾਨੀਆਂ ਦਿੱਤੀਆਂ, ਕਿੰਨੇ ਤਸੀਹੇ ਝੱਲੇ, ਕਿਸ ਤਰ੍ਹਾਂ ਦੇ ਨਾਲ ਲਹਿਰਾਂ ਉੱਠੀਆਂ, ਕਿਸ ਤਰ੍ਹਾਂ ਦੇ ਨਾਲ ਸਰਕਾਰਾਂ ਨੇ ਖਤਮ ਕੀਤੀਆਂ, ਉਹ ਸਾਰੀ ਜਾਣਕਾਰੀ ਮਿਲੇ ਤੇ ਜਿਹੜੇ ਹੈਗੇ ਨੌਜਵਾਨ ਉਹ ਅੱਗੇ ਵਧਣ। ਸੋ ਅੱਗੇ ਵੀ ਜਿਹੜੀ ਅਪਡੇਟ ਆ ਤੁਹਾਨੂੰ ਦਿੰਦੇ ਰਹਾਂਗੇ, ਸਮੇਂ-ਸਮੇਂ 'ਤੇ ਇੱਥੇ ਮਿਲਾਉਂਦੇ ਰਹਾਂਗੇ। ਬਣੇ ਰਹੋ। ਗਲੋਬਲ ਪੰਜਾਬ ਟੀਵੀ ਲਈ ਕੈਮਰਾਮੈਨ ਸੁਖਬਦਨੀ ਦੇ ਨਾਲ ਚਮਕੌਰ ਲੋਪੋ, ਮੋਗਾ, ਪਿੰਡ ਰੋਡੇ।